ਭਾਈ ਸਾਹਿਬ ਜੀ ਨੇ ਜਿਹੜੇ ਗੱਲ ਕੀਤੀ ਆ ਕਿ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣ ਦੀ, ਸੋ ਸੋਚ ਨੂੰ ਆਪਾਂ ਜ਼ਰੂਰ ਸਮਝੀਏ, ਸੋਚ ਕੀ ਸੀ, ਫਿਰ ਆਪਾਂ ਇੱਥੋਂ ਕੁਛ ਨਾ ਕੁਛ ਲੈ ਕੇ ਜ਼ਰੂਰ ਜਾਈਏ ਕਿ ਆਪਾਂ ਉਸ ਸੋਚ ਦੇ ਉੱਪਰ ਪਹਿਰਾ ਕਿੱਦਾਂ ਦੇਣਾ ਹੈਗਾ, ਪ੍ਰਣ ਕਰਕੇ ਜਾਈਏ। ਵੀਰ ਪਰਜਿੰਦਰ ਸਿੰਘ ਜੀ ਪਰਵਾਨਾ। ਵਾਹਿਗੁਰੂ 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 ਵਾਹਿਗੁਰੂ। ਕੁਲ ਆਲਮ ਸੁਲਤਾਨ वालिए दो जहान आवाज़ ए शब्द मुजस्समा ए आब हयात। समग्र कायनात दी रहनुमाई कर रहे पातशाह साहिब श्री गुरु ग्रंथ साहिब जी महाराज जी दी मुकद्दस हजूरी दे अंदर सज बैठी गुरु की संगत असीस बख्शो, गज वज के बुलाओ जी फतेह। वाहिगुरु जी का खालसा एक बचन जो मैं हर एक जगह कहता होना और मेरा मन है नौजवान बैठे ने मैं इत्थे भी करा। साडा देश जिन्हें उठना पहला उठ जो, मैं फिर बोलांगा क्योंकि एकाग्रता में फर्क पैंदा ना। उठना उठ सकते हो, मैं बाद च गल करदा। बोलो वाहिगुरू वाहिगुरू वाहिगुरू। साडा देश एशिया का देश है, एशियन कंट्री आप इनू कहने हैं। होर भी बहुत देश जिहड़े ने इहदे विच आउंदे ने। आपां अज इत्थे क्यों इकट्ठे होए हैं? श्री सुखमनी साहिब जी की पावन बाणी दे जाप होए ने, होर नाम रत्तियां रूहां इत्थे पहुँच रही ने, आप सज बैठे हो। असीं आए हाँ सफ़र करके इत्थे तुहाडे नाल गल्लां बातां कर रहे हैं। लंगर भी होएगा, लंगर छक के भी जाओगे सारे तुसीं, पर ये मुख कारण नहीं है इत्थे आउण दा। ये भी नहीं भी भाई दीप शहीद, मतलब मैं एक शब्द तुहानूं मैं बेनती कर देवां, वो हुण दीप सिद्धू नहीं है, वो शहीद संदीप सिंह उर्फ दीप सिद्धू है। पहला इस गल नूं ध्यान दिओ, इस गल वल। कई बंदे दे ते इतराज़ करते हैं, मैं अगे हो के इस विषय ते मैं गल करदा। कई इतराज़ करते शहीद शब्द ते, पर आपां बैठे क्यों हाँ? सानू इस गल बारे जानकारी होनी चाहिए आ। साडा देश एशिया का देश है तो इस देश का रिवाज है, बड़े रिवाज ने भी लोग जिहड़े ने वो अपने वड्डे वडेरियां दी मड़ी ते जाके दीवा बालदे ने। तुहाडे जे आपां दुआबे की गल करिए तो इत्थे जठेरियां दा पूजन ज़्यादा है, तो जठेरियां दे जाके भी लोग दीवे बाल के आउंदे ने। मालवे दे विच भी लोग निक्के निक्कियां इट्टां दियां मड़ियां जिहां बना के मतलब मालवे दे उहदे विच दीवा बालदे ने भी साडे वड्डे वडेरे रहिंदे इत्थे। यही रिवाज जदों आपां गल करदे हां असलाम भाईचारे दी, तां ओह जिहड़े लोक ने वो लोग अपने वड्डियां वडेरियां दी कबरां ते चिराग बालदे ने। दीवे ते चिराग च फर्क है भी चिराग दियां चार पासे हुंदे ने, चार बत्तियां हुंदियां ने। हुण ते यही रिवाज पश्चिमी देशों में भी है, पर उत्थे मोमबत्तियां रख आंदे ने जां फिर फुल्लां दा गुलदस्ता जिहड़ा है वो रख के आउंदे ने।
ਹੁਣ ਸੋਚਣ ਵਾਲੀ ਗੱਲ ਇਹ ਆ ਬਈ ਮੜੀ ਵਿੱਚ ਕੋਈ ਹੈ ਹੀ ਨਹੀਂ, ਰੋਸ਼ਨੀ ਕਿਹਨੂੰ ਕੀਤੀ ਜਾ ਰਹੀ ਹੈ, ਤੇ ਚਿਰਾਗ ਵਿੱਚ ਐਡੀ ਤਾਕਤ ਨਹੀਂ ਵੀ ਚਿਰਾਗ ਬਲ ਤਾਂ ਕਬਰ ਦੇ ਉੱਪਰ ਰਿਹਾ ਤੇ ਜਿਹੜਾ ਕਬਰ ਦੇ ਵਿੱਚ ਆ ਉਹਨੂੰ ਰੋਸ਼ਨੀ ਮਿਲਦੀ ਹੋਵੇ, ਐਡੀ ਤਾਕਤ ਵੀ ਨਹੀਂ ਚਿਰਾਗ ਦੇ ਵਿੱਚ। ਮੈਂ ਇੱਥੇ ਫੜਿਆ ਹੋਵੇ ਦੀਵਾ ਤੇ ਰਸਤਾ ਬਾਹਰ ਵੇਖਣਾ ਹੋਵੇ, ਐਡੀ ਤਾਕਤ ਵੀ ਨਹੀਂ ਦੀਵੇ ਦੇ ਵਿੱਚ। ਹੱਥ ਵਿੱਚ ਫੜ ਕੇ ਤਾਂ ਬੇਸ਼ੱਕ ਮੈਂ ਤੁਰਦਾ ਜਾਵਾਂਗਾ, ਰਸਤਾ ਵੇਖਦਾ ਜਾਵਾਂਗਾ, ਪਰ ਦੂਰ ਰਾਹਗੀਰ ਨੂੰ ਰਸਤਾ ਨਹੀਂ ਵਿਖਾ ਸਕਦਾ ਦੀਵਾ। ਇੱਥੇ ਬਲਦਾ ਇੱਥੇ ਹੋਵੇ। ਫੁੱਲਾਂ ਦੇ ਗੁਲਦਸਤੇ ਵਿੱਚ ਐਡੀ ਤਾਕਤ ਨਹੀਂ ਹੈ ਵੀ ਬੰਦਾ ਉੱਥੇ ਹੋਵੇ ਤੇ ਫੁੱਲ ਇੱਥੇ ਪਏ ਹੋਣ ਤੇ ਖੁਸ਼ਬੂ ਮਿਲ ਜਾਏ ਉਹਨੂੰ। ਹਾਂ, ਖੁਸ਼ਬੂ ਲੈਣੀ ਕੋਲ ਜਾਣਾ ਪਏਗਾ, ਫੁੱਲਾਂ ਦੇ ਸੁਗੰਧੀ ਲੈਣੀ ਪਏਗੀ। ਪਰ ਕਾਰਨ ਕੀ ਹੈ? ਕਿਉਂ ਰੱਖਿਆ ਗਿਆ ਗੁਲਾਬ ਫੁੱਲਾਂ ਦਾ ਗੁਲਦਸਤਾ, ਕਿਉਂ ਰੱਖਿਆ ਗਿਆ ਉੱਥੇ ਚਿਰਾਗ ਦੀਵਾ? ਕਿਉਂਕਿ ਇਹਦਾ ਇੱਕ ਮੋਟਾ ਜਿਹਾ ਕਾਰਨ ਇਹ ਹੈ ਵੀ ਜਦੋਂ ਕਿਸੇ ਦੀ ਮੜੀ ਤੇ ਦੀਵਾ ਬਲਦਾ ਹੋਏਗਾ, ਜਦੋਂ ਕਿਸੇ ਦੀ ਕਬਰ ਤੇ ਚਿਰਾਗ ਬਲਦਾ ਹੋਏਗਾ, ਕੋਈ ਰਾਹਗੀਰ ਕੋਈ ਸੱਜਣ ਉਥੋਂ ਲੰਘੇਗਾ ਨਾ ਤੇ ਉਹ ਦੀਵਾ ਬਲਦਾ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾ ਲਏਗਾ ਵੀ ਆ ਜਿਹਦੀ ਮੜੀ ਤੇ ਦੀਵਾ ਪਿਆ ਬਲਦਾ ਹੈ, ਆ ਜਿਹਦੀ ਕਬਰ ਤੇ ਚਿਰਾਗ ਪਿਆ ਬਲਦਾ ਹੈ, ਆ ਜਿਹਦੀ ਕਬਰ ਤੇ ਫੁੱਲਾਂ ਦਾ ਗੁਲਦਸਤਾ ਪਿਆ, ਇਸ ਬੰਦੇ ਦੀ ਔਲਾਦ, ਇਸ ਬੰਦੇ ਦੇ ਪਰਿਵਾਰਕ ਜੀ, ਸੱਜਣ ਮਿੱਤਰ ਰਿਸ਼ਤੇਦਾਰ ਭੈਣ ਭਰਾ ਜਿਉਂਦੇ ਨੇ, ਤਾਂ ਇਹਦੀ ਮੜੀ ਤੇ ਦੀਵਾ ਪਿਆ ਬਲ ਰਿਹਾ। ਤੇ ਅੱਜ ਆ ਜਿਹੜਾ ਤੁਸੀਂ ਸੁਖਮਨੀ ਸਾਹਿਬ ਦਾ ਜਾਪ ਕਰਵਾਇਆ, ਇਹ ਜਿਹੜਾ ਸਮਾਗਮ ਕਰਵਾਇਆ, ਤੁਸੀਂ ਸ਼ਹੀਦ ਸੰਦੀਪ ਸਿੰਘ ਨੂੰ ਕਹਿਣ ਜੋਗੇ ਹੋ ਗਏ ਵੀ ਸ਼ਹੀਦ ਸੰਦੀਪ ਸਿੰਘਾ, ਤੇਰੇ ਭਰਾ ਤੇਰਾ ਪਰਿਵਾਰ ਅੱਜ ਵੀ ਜਿਉਂਦਾ ਹੈ ਤੇਰੇ ਪਿੱਛੋਂ। ਸਤਿ ਸ੍ਰੀ ਅਕਾਲ। ਇਹ ਮੁੱਖ ਕਾਰਨ ਹੈ ਸਮਾਗਮਾਂ ਨੂੰ ਮਨਾਉਣ ਦਾ। ਕੋਈ ਵੀ ਸਮਾਗਮ ਹੁੰਦਾ ਤੇ ਉਹਦੇ ਪਿੱਛੇ ਕਾਰਨ ਹੈ ਵੀ ਕੌਮ ਜਿਉਂਦੀ ਹੈ। ਜੇ ਜਦੋਂ ਬਾਈ ਦੀ ਗੱਲ ਕਰਦੇ ਆ ਤਾਂ ਮੈਂ ਸੱਤ ਜਾਣਿਓ, ਮਤਲਬ ਮੈਨੂੰ ਯਾਦ ਹੈ ਜਦੋਂ ਬਾਈ ਜੇਲ੍ਹ ਤੋਂ ਬਾਹਰ ਆਇਆ ਤਾਂ ਸਭ ਤੋਂ ਪਹਿਲਾਂ ਉਹ ਅਸੀਸ ਦੇਣ, ਬਜ਼ੁਰਗਾਂ ਦੀਆਂ ਅਸੀਸਾਂ ਲੈਣ ਘਰੇ ਪਹੁੰਚਿਆ। ਤੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਉਦੋਂ ਵੀ ਭਰਾ ਅੱਗੇ ਸੀਗਾ, ਘਰੇ ਸੀਗਾ। ਮੈਂ ਦੀਪ ਸਿੱਧੂ ਨੂੰ, ਸ਼ਹੀਦ ਸੰਦੀਪ ਸਿੰਘ ਸਿੱਧੂ ਨੂੰ ਅਸੀਂ ਪਹਿਲੀ ਵਾਰ ਇਕੱਠੇ ਹੋਏ 14 ਸਤੰਬਰ ਨੂੰ 2020 ਜਦੋਂ ਮੋਰਚਾ ਸ਼ੁਰੂ ਹੋਇਆ। ਉਸ ਤੋਂ ਬਾਅਦ ਅਕਸਰ ਮੈਂ ਸ਼ੰਭੂ ਜਾਣਾ, ਗੇੜਾ ਮਾਰ ਕੇ ਆਣਾ, ਕਿਉਂਕਿ ਸਾਡਾ ਇਲਾਕਾ ਹੈ 10 ਕਿਲੋਮੀਟਰ ਤੇ ਮੋਰਚਾ ਸੀ, ਪਰ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਮਾਨਦਾਰੀ ਹੈ। ਜਾਣਾ, ਨੌਜਵਾਨ ਬੈਠੇ ਹੋਣੇ, ਮੈਂ ਗੇੜਾ ਮਾਰਨਾ, ਆਪਣੀ ਹਾਜ਼ਰੀ ਲਗਵਾਉਣੀ, ਪੁੱਛਣਾ ਵੀ ਕੋਈ ਸਾਡੀ ਸੇਵਾ, ਤੇ ਆ ਜਾਣਾ। ਮੈਂ ਬੈਠਾ ਵੀ ਨਹੀਂ ਸੀ ਕਦੇ ਉਹਦੇ ਨਾਲ, ਕਦੇ ਨਹੀਂ ਸੀ ਬੈਠਾ। ਫਿਰ ਉੱਥੋਂ ਮੋਰਚਾ ਦਿੱਲੀ ਚਲਾ ਜਾਂਦਾ ਹੈ। ਦਿੱਲੀ ਵੀ ਅਸੀਂ ਕਦੇ ਨਹੀਂ ਬਹੁਤਾ ਬੈਠੇ। ਫਤਿਹ ਦੀ ਸਾਂਝ ਹੋਣੀ, ਮਿਲਣਾ, ਮਤਲਬ ਵਿਚਾਰਾਂ ਦੀ ਸਾਂਝ ਜਦੋਂ ਬੰਦੇ ਦੀ ਪੈਂਦੀ, ਇਕੱਲੇ ਬੰਦਾ ਬਹਿੰਦਾ, ਗੱਲਾਂ ਬਾਤਾਂ ਕਰਦਾ, ਫਿਰ ਪਤਾ ਲੱਗਦਾ ਵੀ ਕੀ ਸੋਚ ਹੈ। ਉਦੋਂ ਤੱਕ ਵੀ ਹਾਂ ਇੰਨਾ ਸੀਗਾ ਵੀ ਕਰ ਰਿਹਾ, ਆਪਾਂ ਨਾਲ ਖੜੇ ਆਂ ਭਰਾ ਦੇ, ਜਿੰਨੀ ਕੁ ਸਾਡੀ ਔਕਾਤ ਆ ਯਾਰ, ਨਾਲ ਆ। ਔਰ 25 ਜਨਵਰੀ ਨੂੰ ਵੀ ਸਟੇਜ ਤੇ ਇਕੱਠੇ ਸੀ ਅਸੀਂ, ਉਸ ਦਿਨ ਵੀ ਭਰਾ ਇਕੱਠੇ ਸੀ ਸਟੇਜ ਤੇ। ਮੈਨੂੰ ਸੁਨੇਹਾ ਲਾ ਕੇ ਗਿਆ ਵੀ ਬਾਈ ਨੂੰ ਕਹਿ ਦਿਓ ਆ ਜਾਓ। ਮੈਂ ਪ੍ਰਸ਼ਾਦਾ ਛਕਦਾ ਸੀ, ਮੈਂ 15 ਮਿੰਟ ਬਾਅਦ ਉਹਦੇ ਸਟੇਜ ਤੇ ਪਹੁੰਚਿਆ। ਉਦੋਂ ਤੱਕ ਵੀ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀ ਕੌਣ ਹੈ, ਕੀ ਸੋਚ ਹੈ, ਕਿੱਦਾਂ ਦਾ। ਉਸ ਤੋਂ ਬਾਅਦ ਉਹ ਜੇਲ੍ਹ ਕੱਟਦਾ ਹੈ। ਮੇਰਾ ਸੁਭਾਅ ਹੈ ਵੀ ਪ੍ਰਚਾਰਕਾਂ ਦਾ ਵੈਸੇ ਵੀ ਸੁਭਾਅ ਹੁੰਦਾ ਵੀ ਉਹ ਦੂਜਿਆਂ ਨੂੰ ਸੁਣਾਉਂਦੇ ਨੇ, ਸੁਣਦੇ ਘੱਟ ਨੇ। ਵੀ ਜਦੋਂ ਵੀਡੀਓ ਕੋਈ ਚੱਲਦੀ ਹੋਵੇ ਨਾ, ਸਾਡਾ ਸੁਭਾਅ ਹੈ ਅਸੀਂ ਕਿਸੇ ਦੀ ਘੱਟ ਸੁਣਦੇ ਆ, ਆਪਣੀ ਸੁਣਾ ਕੇ ਜ਼ਿਆਦਾ ਰਾਜੀ ਹੁੰਦੇ ਹਾਂ ਅਸੀਂ। ਤੇ ਉਦੋਂ ਤੱਕ ਮੈਨੂੰ ਜਾਣਕਾਰੀ ਨਹੀਂ ਸੀ। ਮੈਨੂੰ ਸੰਦੀਪ ਸਿੰਘ ਬਾਰੇ ਅਸਲ ਜਾਣਕਾਰੀ ਉਦੋਂ ਮਿਲੀ ਜਦੋਂ ਅਸੀਂ ਘਰੇ ਇਕੱਠੇ ਹੋਏ ਤੇ 8 ਘੰਟੇ ਅਸੀਂ ਇਕੱਠਿਆਂ ਉਸ ਦਿਨ ਬਿਤਾਏ। ਉਸ ਦਿਨ ਮੈਨੂੰ ਪਤਾ ਲੱਗਾ
ਵੀ ਇਹ ਹੈ ਕੀ ਹੈ ਇਨਸਾਨ ਤੇ ਇਹਦੀ ਸੋਚ ਕੀ ਹੈ। ਤੇ ਮੈਂ ਜਦੋਂ ਜੇਲ੍ਹ ਤੋਂ ਬਾਹਰ ਆਇਆ ਇਹ ਗੱਲ ਮੈਂ ਦਾਅਵੇ ਨਾਲ ਕਹੀ ਸੀ, ਉਹ ਗੱਲ ਅਸੀਂ ਕਿਰਪਾਨਾਂ ਪਾ ਕੇ ਨਹੀਂ ਕਰ ਸਕੇ, ਅਸੀਂ ਬਾਣੇ ਪਾ ਕੇ ਦਾੜੀਆਂ ਕੇਸ ਰੱਖ ਕੇ ਮਾਫੀ ਮੰਗਦਾ। ਇਹ ਸਰੂਪ ਗੁਰੂ ਦਾ ਦਿੱਤਾ ਹੈ, ਪਰ ਜਿਸ ਵਾਰ ਦਿੱਤਾ ਉਹ ਕਰਮ ਵੀ ਕਰਨਾ ਚਾਹੀਦਾ ਹੈ। ਜਿਸ ਵਾਸਤੇ ਦਾਤਾਂ ਮਿਲੀਆਂ, ਸ਼ਸਤਰ ਮਿਲਿਆ, ਉਹ ਕਰਮ ਵੀ ਕਰਨੇ ਜ਼ਰੂਰੀ ਨੇ। ਕੱਲਾ ਅੰਮ੍ਰਿਤ ਛਕ ਕੇ ਗਾਤਰਾ ਪਾ ਕੇ ਜੀ ਕਹਿ ਦਈਏ ਵੀ ਮੈਂ ਪ੍ਰਵਾਨ ਹੋ ਗਿਆ ਤੇ ਮਤ ਜਾਣਿਓ, ਕਰਮ ਵੀ ਕਰਨੇ ਪੈਣੇ ਨੇ। ਤੇ ਇਹ ਗੱਲ ਮੈਂ ਅੱਜ ਵੀ ਕਹਿਣਾ ਵੀ ਉਹ ਗੱਲ ਜੋ ਅਸੀਂ ਅੱਜ ਤੱਕ ਸੰਗ ਪੜ ਕੇ ਨਹੀਂ ਕਹਿ ਸਕੇ, ਉਹ ਵੀਰ ਸ਼ਹੀਦ ਸੰਦੀਪ ਸਿੰਘ 1 ਸਾਲ ਵਿੱਚ ਕੌਮ ਨੂੰ ਦੱਸ ਗਿਆ, ਭਾਵੇਂ ਉਹ ਕਲੀਨ ਸ਼ੇਪ ਸੀ। ਗੱਲਾਂ ਮੇਰੇ ਵਰਗੇ ਬਹੁਤ ਕਰਦੇ ਨੇ, ਸਟੇਜਾਂ 'ਤੇ ਵੀ ਕਰਦੇ ਨੇ, ਗੱਲਾਂ ਤੇ ਪੰਥ ਦੀਆਂ ਕਰਦੇ ਨੇ, ਪਰ ਵੋਟਾਂ ਮੰਗਦੇ ਨੇ ਕਾਂਗਰਸ ਦੇ ਨਾਂ ਦੀਆਂ। ਇੱਥੇ ਸਟੇਜ 'ਤੇ ਖੜ੍ਹ ਕੇ ਕਹਿਣਗੇ ਵੀ ਪੰਥ ਪੰਥ ਪੰਥ, ਪਰ ਜਦੋਂ ਗੱਲ ਹੁੰਦੀ ਲੀਡਰੀ ਦੀ ਤੇ ਫਿਰ ਕਾਂਗਰਸ ਵਾਲੇ ਪਾਸੇ ਖੜ੍ਹ ਕੇ ਆਪਾਂ ਵੋਟਾਂ ਮੰਗਣੀਆਂ ਨੇ। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਮਤਲਬ ਮੈਂ ਨਹੀਂ ਕਹਿੰਦਾ ਮੈਂ ਦੁੱਧ ਨਾਤਾ ਨਾ, ਗੁਰੂ ਦੇ ਹਜ਼ੂਰ 'ਚ ਖੜ੍ਹੇ ਆ, ਇਹ ਝੂਠ ਹੈ ਬਈ, ਸਾਡੇ ਵਿੱਚ ਵੀ ਬੜੇ ਔਗਣ ਹੋਣਗੇ, ਪਰ ਮੈਂ ਇਹ ਗੱਲ ਗੁਰੂ ਕੀ ਹਜ਼ੂਰੀ 'ਚ ਦਾਅਵੇ ਨਾਲ ਕਹਿ ਸਕਦਾ, ਦਾਅਵੇ ਨਾਲ, ਵੀ ਸ਼ਹੀਦ ਸੰਦੀਪ ਸਿੰਘ ਦੇ ਵਿੱਚ ਈਰਖਾ ਨਾਂ ਦੀ ਕੋਈ ਚੀਜ਼ ਹੈ ਨਹੀਂ ਸੀ। ਉਹਦੇ ਵਿੱਚ ਈਰਖਾ ਨਾਂ ਦੀ ਚੀਜ਼ ਕੋਈ ਹੈ ਨਹੀਂ। ਸਾਡੇ ਤਾਂ ਕੁੱਟ-ਕੁੱਟ ਕੇ ਭਰੀ ਆ, ਉਹਦੇ ਵਿੱਚ ਨਹੀਂ ਸੀ ਹੈਗੀ। ਨਿੰਦਿਆ ਨਾਂ ਦੀ ਚੀਜ਼ ਉਹਦੇ ਵਿੱਚ ਹੈ ਨਹੀਂ ਸੀ। ਉਹ ਇੱਕੋ ਗੱਲ ਕਹਿੰਦਾ ਸੀ ਵੀ ਜੇ ਮੰਨ ਲਓ ਨਾ, ਸਪੋਜ਼ ਕਰ ਲਓ ਦੁਸ਼ਮਣ ਖੜਿਆ ਸਾਹਮਣੇ ਤੇ ਗੱਲ ਪੰਜਾਬ ਦੇ ਭਲੇ ਦੀ ਕਰ ਰਿਹਾ, ਤੇ ਕਹਿੰਦਾ ਬਾਈ ਆਪਾਂ ਇਹਦਾ ਸਾਥ ਦੇਵਾਂਗੇ। ਔਰ ਇਸ ਗੱਲ ਨੂੰ ਧਿਆਨ 'ਚ ਰੱਖਿਓ ਤੁਸੀਂ, ਜਦੋਂ ਲੱਖਾ ਸਧਾਣਾ ਬਾਈ ਜੇਲ੍ਹ 'ਚੋਂ ਬਾਹਰ ਆਉਂਦਾ ਹੈ, ਬੇਸ਼ੱਕ ਲੱਖਾ ਗਲਤ ਬਾਈ ਦੇ ਓਪੋਜ਼ਿਟ, ਬਾਈ ਦੇ ਖਿਲਾਫ ਭੁਗਤਦਾ ਰਿਹਾ, ਪਰ ਜਦੋਂ ਬਾਈ ਬਾਹਰ ਆਇਆ ਕੀ ਬੋਲ ਸੀ ਉਹਦੇ, ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜੇ ਬਾਈ ਲੱਖੇ ਨੂੰ ਲੋੜ ਹੈ ਨਾਲ ਖੜਿਆ, ਜਿੱਥੇ ਮਰਜ਼ੀ ਆਵਾਜ਼ ਮਾਰ ਲੈ ਨਾਲ ਤੁਰਾਂਗੇ। ਇਹ ਸੋਚ ਸੀ ਉਹਦੀ, ਈਰਖਾ ਨਹੀਂ ਸੀ ਉਹਦੇ ਵਿੱਚ। ਤੇ ਜਦੋਂ ਆਪਾਂ ਗੱਲ ਕਰਦੇ ਆ ਨਾ ਉਸ ਭਰਾ ਦੀ, ਤੇ 7 ਜਾਣਿਓ, ਜਦੋਂ ਵੀ ਸੰਘਰਸ਼ਾਂ ਦੀ ਗੱਲ ਆਉਂਦੀ ਹੈ ਨਾ ਵੱਡੇ ਵੀਰੋ, ਨੌਜਵਾਨ ਬੈਠੇ ਨੇ ਧਿਆਨ ਦਿਓ ਜੇ, ਇਤਿਹਾਸ ਉਹਨਾਂ ਦਾ ਲਿਖਿਆ ਜਾਂਦਾ ਜੋ ਸੰਘਰਸ਼ ਕਰਦੇ ਨੇ, ਇਤਿਹਾਸ ਗਾਇਆ ਉਹਨਾਂ ਦਾ ਜਾਂਦਾ ਜੋ ਸੰਘਰਸ਼ ਕਰਦੇ ਨੇ। ਜਦੋਂ ਸਾਰਾਗੜ੍ਹੀ ਦੇ ਜੰਗ ਦੀ ਗੱਲ ਚੱਲਦੀ ਹੈ ਤਾਂ ਯਾਦ ਉਹਨਾਂ 21 ਸਿੱਖਾਂ ਨੂੰ ਕੀਤਾ ਜਾਂਦਾ, ਅਫਗਾਨਾਂ ਨੂੰ ਨਹੀਂ ਕੀਤਾ ਜਾਂਦਾ, ਕਿਉਂਕਿ ਸੰਘਰਸ਼ ਕੀਤਾ ਉਹਨਾਂ ਨੇ। ਜਦੋਂ ਗੱਲ ਸ਼੍ਰੀ ਹਰਿਮੰਦਰ ਸਾਹਿਬ ਦੀ ਚੱਲਦੀ ਆ ਤਾਂ ਉਹ 250 ਮਰ ਜੀਵੜਿਆਂ ਦਾ ਜ਼ਿਕਰ ਤਾਂ ਹੁੰਦਾ ਹੈ, ਉਹ ਲੱਖਾਂ ਦੀ ਆਰਮੀ ਦਾ ਜ਼ਿਕਰ ਨਹੀਂ ਹੁੰਦਾ। ਜੇ ਇਤਿਹਾਸ ਲਿਖਣਾ, ਅੱਜ ਯੂਕਰੇਨ ਤੇ ਰੂਸ ਦੀ ਜੰਗ ਚੱਲ ਰਹੀ ਹੈ ਤੇ ਲੋਕੀ ਕਿਹਦੀਆਂ ਗੱਲਾਂ ਕਰ ਰਹੇ ਨੇ, ਯੂਕਰੇਨ ਦੀਆਂ, ਭਾਵੇਂ ਰੂਸ ਜਿੱਤ ਜੇ, ਪਰ ਗੱਲਾਂ ਕਿਹਦੀਆਂ ਕਰਨਗੇ, ਯੂਕਰੇਨ ਦੀਆਂ। ਕਿਉਂ ਯੂਕਰੇਨ ਲੜ ਰਿਹਾ ਹੈ, ਭਾਵੇਂ ਲੜਾਈ ਦੇ ਆਪਾਂ ਨੂੰ ਬਹੁਤੇ ਕਾਰਨ ਨਹੀਂ ਪਤਾ ਹੁੰਦੇ, ਆਪਾਂ ਸੋਸ਼ਲ ਮੀਡੀਆ ਤੇ ਬੈਠੇ ਵੇਖੀ ਤਾਂ ਜਾਂਦੇ ਆ, ਲੜਾਈ ਦੀ ਜੜ ਅਮਰੀਕਾ ਹੈ, ਖੇਡਾਂ ਅਮਰੀਕਾ ਵਰਤਾ ਰਿਹਾ ਤੇ ਆਪਾਂ ਇੱਥੇ ਬੈਠ ਕੇ ਦੋਨੋਂ ਦੇਸ਼ਾਂ ਦੇਖੀ ਜਾਂਦੇ ਆ, ਪਰ ਜੋ ਇੰਟਰਨਲ ਉਹਨਾਂ ਦੀ ਕੀ ਪਾਲਿਸੀਜ਼ ਨੇ, ਕੀ ਸਿਸਟਮ ਹੈ, ਉਹਨਾਂ ਨੂੰ ਆਪਾਂ ਜਾਣਦੇ ਨਹੀਂ। ਕਿਉਂਕਿ ਆਪਾਂ ਵੇਖਦੇ ਹਾਂ ਵੀ ਜੰਗ ਹੋ ਰਹੀ ਹੈ, ਬੱਚੇ ਮਾਰਤੇ, ਬਜ਼ੁਰਗ ਮਾਰਤੇ, ਉਹ ਤਾਂ ਪਹਿਲਾਂ ਹੀ ਕਮਿਊਨਿਸਟ ਨੇ, ਕਾਮਰੇਡ ਨੇ, ਇਤਿਹਾਸ ਪੜ੍ਹ ਕੇ ਵੇਖ ਲਓ। ਬੁੱਢੇ ਨੂੰ ਨਹੀਂ, ਬੁੱਢੇ ਤੇ ਬਜ਼ੁਰਗ ਤੇ ਵਾਰ ਨਹੀਂ ਕਰਨਾ, ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਨਿਹੱਥੇ ਤੇ ਵਾਰ ਨਹੀਂ ਕਰਨਾ, ਔਰਤ ਤੇ ਵਾਰ ਨਹੀਂ ਕਰਨਾ। ਇਹ ਦਾਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀਆਂ ਨੇ, ਕਿਸੇ ਹੋਰ ਧਰਮ ਜਾਂ ਕਿਸੇ ਹੋਰ ਪੰਥ ਵਿੱਚ ਨਹੀਂ ਮਿਲਣਗੀਆਂ। ਉਹਨਾਂ ਵਾਸਤੇ ਜੰਗ ਹੈ, ਇਹ ਕੇਵਲ ਤੁਹਾਡੀ ਝੋਲੀ ਵਿੱਚ ਨੇ ਸਿਧਾਂਤ। ਤੇ ਜਦੋਂ ਵੀਰ ਦੀਪ ਸਿੱਧੂ ਦੀ ਗੱਲ ਕਰਦੇ ਆ, ਉਹ ਸੰਘਰਸ਼ ਕਰਨ ਤੁਰਿਆ, ਉਹ ਤੁਰਿਆ ਬੇਸ਼ੱਕ ਪੰਜਾਬ ਵਾਸਤੇ ਸੀ, ਪਰ ਮਾਫੀ ਮੰਗਦਾ ਮੈਂ, ਪਰ ਜਦੋਂ ਉਹ ਗਿਆ ਉਹ ਪੰਜਾਬ ਦਾ ਨਹੀਂ ਸੀ, ਉਹ ਕੌਮ ਦਾ ਹੋ ਕੇ ਗਿਆ, ਉਹ ਪੰਥ ਦਾ ਹੋ ਕੇ ਗਿਆ। ਉਹਦੇ ਅਖੀਰਲੇ ਬੋਲ, ਉਹਦੀਆਂ ਅਖੀਰਲੀਆਂ ਸਪੀਚਾਂ, ਉਹਦੇ ਅਖੀਰਲੇ ਲੈਕਚਰ, ਹਰ ਇੱਕ ਲੈਕਚਰ ਉਹ ਬਿਆਨ ਕਰਦਾ ਵੀ ਉਹਦੇ ਅੰਦਰ ਗੁਰੂ ਸਾਹਿਬ ਦਾ ਭਰੋਸਾ ਕਿੰਨਾ ਕੁ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਆਪਾਂ ਨੂੰ ਮਿਲਦਾ ਕਿਉਂ ਨਹੀਂ ਕੁਝ? ਆਪਾਂ ਜਿੰਨੇ ਇੱਥੇ ਬੈਠੇ ਆ, ਬਹੁਤੇ ਵਿੱਚ, ਮੈਂ ਨਹੀਂ ਕਹਿੰਦਾ ਸਾਰੇ, ਬੜੇ ਹੋਣਗੇ ਜਿਨ੍ਹਾਂ ਨੂੰ ਮਿਲਦਾ ਹੋਏਗਾ, ਮੇਰੇ ਵਰਗਿਆਂ ਨੂੰ ਕਿਉਂ ਨਹੀਂ ਮਿਲਦਾ? ਆਪਾਂ ਨੂੰ ਤਾਂ ਨਹੀਂ ਮਿਲਦਾ, ਸਾਡਾ ਭਰੋਸਾ ਟੁੱਟ ਨਹੀਂ ਹੈ ਗੁਰੂ ਤੇ। ਜਿਸ ਦਿਨ ਇਹ ਭਰੋਸਾ ਹੋ ਗਿਆ, ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਜਾਂਦਾ ਨੰਦੇੜ ਦੀ ਧਰਤੀ ਤੋਂ 5 ਸਿੰਘ ਦੇ ਕੇ, ਜਾ ਬੰਦਾ ਸਿਆ, ਜਾ ਸਰਹੰਦ ਦੀ ਇੱਟ ਖੜਕਾ ਦੇ,
ਤੇ ਪੰਜਾਂ ਨਾਲ ਜੋ ਕਿੰਤੂ ਕਰਦਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿਵੇਂ ਖੜਕਾਵਾਂਗਾ ਮੈਂ ਕਿਵੇਂ ਲੜਾਂਗਾ ਜੰਗ ਪੰਜ ਸਿੰਘਾਂ ਨਾਲ, ਤਾਂ ਕਦੇ ਇਤਿਹਾਸ ਨਾ ਰਚਿਆ ਜਾਂਦਾ। ਇਤਿਹਾਸ ਰਚਿਆ ਜਾਂਦਾ ਜਦੋਂ ਭਰੋਸਾ ਹੋਵੇ ਗੁਰੂ ਤੇ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਠੰਡਾ। ਜਦੋਂ ਭਰੋਸਾ ਹੁੰਦਾ ਫਿਰ 1.25 ਲੱਖ ਨਾਲ ਵੀ ਲੜਿਆ ਜਾ ਸਕਦਾ ਹੈ। ਜਦੋਂ ਭਰੋਸਾ ਹੁੰਦਾ ਫਿਰ ਅੱਗ ਵਿੱਚ ਵੀ ਭਾਈ ਬਿਧੀ ਚੰਦ ਛਾਲ ਮਾਰ ਦਿੰਦੇ ਨੇ ਤੇ ਅੱਗ ਨਹੀਂ ਸਾੜਦੀ। ਜਦੋਂ ਭਰੋਸਾ ਹੁੰਦਾ ਬੰਦ ਤਾਂ ਕਟਾਇਆ ਜਾ ਸਕਦਾ ਪਰ ਮੁੱਖੋਂ ਸੀ ਨਹੀਂ ਉਚਰਦੀ। ਇਹ ਗੱਲਾਂ ਭਰੋਸੇ ਦੀਆਂ ਨੇ, ਇਹ ਗੱਲਾਂ ਭਾਵਨਾ ਦੀਆਂ ਨੇ, ਪਰ ਸਾਨੂੰ ਭਰੋਸਾ ਨਹੀਂ ਹੁੰਦਾ। ਸਾਨੂੰ ਜਦੋਂ ਆਪਾਂ ਗੱਲਾਂ ਕਰਦੇ ਆ ਨਾ, ਬਾਈ ਦੀਪ ਦੀਆਂ ਗੱਲਾਂ ਕਰਦੇ ਆ, ਸ਼ਹੀਦ ਸੰਦੀਪ ਸਿੰਘ ਦੀਆਂ, ਸੱਚਾਈ ਹੈ। ਕਿਉਂਕਿ ਇੱਥੇ ਆਪਾਂ ਜਿੰਨੇ ਵੀ ਬੈਠੇ ਆ ਨਾ, ਬਹੁਤੀ ਗਿਣਤੀ ਦੇ ਵਿੱਚ ਕਈ ਤਾਂ ਇਹ ਕਹਿਣਗੇ, 4 ਬੰਦੇ ਸੁਣ ਕੇ ਜਾਣਗੇ ਤਾਂ ਕਹਿਣਗੇ ਆਹ ਬਈ ਤਾਂ ਬੜੇ ਸੋਹਣੇ ਬੁਲਾਰੇ ਨੇ, ਵੀ ਵਧੀਆ ਬੋਲ ਗਏ, ਇੱਥੋਂ ਤੱਕ ਸੀਮਤ ਰਹਿਣਾ। ਕਈ ਕਹਿਣਗੇ ਵੀ ਲੈ ਵੀ ਇਹਨਾਂ ਪਿੱਛੇ ਤਾਂ ਸਰਕਾਰਾਂ ਦਾ ਹੱਥ ਹੈ, ਇਹ ਇੰਨਾ ਖੁੱਲ੍ਹਾ ਕਿਵੇਂ ਬੋਲਦੇ ਨੇ। ਆਹ ਵੀ ਗੱਲਾਂ ਹੁੰਦੀਆਂ ਨੇ। ਤੇ ਕਈ ਇਹ ਵੀ ਕਹਿਣਗੇ ਵੀ ਇਹ ਤਾਂ ਲੋਕਾਂ ਦੇ ਪੁੱਤ ਮਰਾਉਣ ਆ ਗਏ। ਜਦੋਂ ਅਸੀਂ ਬੋਲਦੇ ਆ ਨਾ, ਤਕਰੀਰ ਕਰਦੇ ਆ, ਤੇ ਅਕਸਰ ਇਹ ਲੋਕ ਵੀ ਕਹਿੰਦੇ ਵੀ ਇਹ ਤਾਂ ਲੋਕਾਂ ਦੇ ਪੁੱਤ ਮਰਾਉਣ ਆ ਗਏ। ਪਰ ਮੈਨੂੰ ਕੌਮ ਬੈਠੀ ਆ, ਪੰਥ ਬੈਠਾ, ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਉਹ ਕਿਹੜੀ ਦਾਤ ਹੈ ਜਾਂ ਉਹ ਕਿਹੜੀ ਪ੍ਰਾਪਤੀ ਹੈ ਕੌਮ ਦੀ ਝੋਲੀ ਵਿੱਚ ਜਿਹੜੀ ਜਿਉਂਦੇ ਜੀ ਪੈ ਗਈ ਹੋਵੇ। ਜਵਾਬ ਦਿਓ ਜੀ। ਕੋਈ ਸੰਘਰਸ਼ ਹੈ? ਉਹ ਸਾਨੂੰ ਜੋ ਕੁਝ ਵੀ ਮਿਲਿਆ ਹੀ ਮਰ ਕੇ ਆ। ਸਾਨੂੰ ਜੋ ਕੁਝ ਪ੍ਰਾਪਤ ਹੋਇਆ, ਪ੍ਰਾਪਤ ਹੀ ਖੂਨ ਡੋਲ ਕੇ ਹੋਇਆ। ਇਤਿਹਾਸ ਸਾਡਾ ਗਵਾਹ ਆ। ਤੇ ਜਦੋਂ ਮੌਤ ਦੀ ਗੱਲ ਕਰਦੇ ਆ, ਬਾਣੀ ਪੜੋ ਸਾਰੇ ਮੇਰੇ ਨਾਲ ਪੜਿਓ। ਬਾਣੀ ਦੇ ਬੋਲ ਨੇ, ਜੋ ਤੋ ਪ੍ਰੇਮ ਸਿਰ ਤਰ ਤਲੀ ਕੀ ਮੰਗੀ ਹੈ। ਇਹਦੇ 'ਚ ਕੀ ਮੰਗਿਆ? ਮੌਤ ਮੰਗੀ ਹੈ ਨਾ। ਪਹਿਲਾ ਮਰਨ, ਉੱਚੀ ਬੋਲੋ, ਪਹਿਲਾ ਮਰਨ ਜੀਵਨ ਕੀ ਛੱਡ ਕੀ ਮੰਗੀ ਹੈ? ਮੌਤ ਮੰਗੀ ਹੈ ਨਾ। ਗਗਨ ਤਮਾਮਾ ਪਰਿਓ ਨਿਸ਼ਾਨਾ, ਖੇਤ ਚੋਂ ਮੰਡਿਓ ਅਬ ਜੂਜਨ ਕੋ ਕੀ ਮੰਗੀ ਹੈ? ਮੌਤ ਮੰਗੀ ਹੈ। ਤੇ ਜੇ ਮੌਤ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਵਾਰ-ਵਾਰ ਲਿਖੀ, ਫਿਰ ਮੌਤ ਮਾੜੀ ਕਿਵੇਂ ਹੋ ਸਕਦੀ ਹੈ? ਮੌਤ ਨਹੀਂ ਮਾੜੀ। ਫਰਕ ਇੰਨਾ ਹੈ ਵੀ ਜਦੋਂ ਮੇਰੇ ਵਰਗਾ ਕਿਤੇ ਮਰ ਜੇ ਹਾਏ ਕਰਦਾ ਤੇ ਉੱਥੋਂ ਤੱਕ ਰਹਿ ਜਾਂਦਾ, ਪਰ ਜੇ ਕੋਈ ਕੌਮ ਵਾਸਤੇ ਤੇ ਪੰਥ ਵਾਸਤੇ ਕੋਈ ਖੂਨ ਡੋਲ ਕੇ ਜਾਂਦਾ ਤੇ ਫਿਰ ਆ 5 ਤੇ 7 ਲੱਖ ਦੇ ਇਕੱਠ ਬੜੀ ਛੋਟੀ ਜਿਹੀ ਗੱਲਾਂ ਨੇ, ਬਹੁਤ ਛੋਟੀਆਂ ਗੱਲਾਂ ਨੇ। ਜਦੋਂ ਤੱਕ ਸਾਨੂੰ ਸਤਿਗੁਰੂ ਪਾਤਸ਼ਾਹ ਦੇ ਨਾਲ ਬੋਲਾਂ ਤੇ ਭਰੋਸਾ ਨਹੀਂ ਹੋਏਗਾ। ਇੱਕ ਮਿੰਟ, ਆਪਾਂ ਇੱਥੇ ਬੈਠੇ ਹਾਂ, ਜਿੰਨੇ ਬੈਠੇ ਇੱਥੇ, ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸੱਜਣੋ, ਆਪਣੇ ਮਨ ਤੋਂ ਪੁੱਛਿਓ ਜੇ ਵੀ ਜਿਹੜੇ ਸ਼੍ਰੀ ਹਰਿਮੰਦਰ ਸਾਹਿਬ 'ਚ ਹੱਥ ਖੜੇ ਕਰਕੇ ਆ ਗਏ, ਟੌੜੇ ਨੇ ਹੱਥ ਖੜੇ ਕੀਤੇ, ਉਹ ਜਿਉਂਦਾ ਕਿ ਮਰ ਗਿਆ? ਮਰ ਗਿਆ, ਜਿਉਂਦਾ ਨਹੀਂ ਰਿਹਾ ਕੋਈ। ਮੌਤ ਦੇ ਡਰ ਤੋਂ ਬਾਹਰ ਆਏ ਸੀ ਨਾ। ਲੋਂਗੋਵਾਲ ਵਰਗੇ ਹੱਥ ਖੜੇ ਕਰਕੇ ਆ ਗਏ, ਕਿਉਂਕਿ ਜ਼ਿੰਦਗੀ, ਇੱਕ ਗੱਲ ਯਾਦ ਰੱਖਿਓ ਜੇ ਗੁਰੂ ਪਿਆਰਿਓ, ਅਸੀਂ ਉਸ ਪਾਤਸ਼ਾਹ ਦੇ ਬੱਚੇ ਹਾਂ ਜਿਨ੍ਹਾਂ ਨੇ ਇਤਿਹਾਸ ਨੂੰ ਬਦਲਿਆ। ਜਦੋਂ ਅਸੀਂ ਸ਼ਹੀਦਾਂ ਦੇ, ਦੂਜੀ ਕੌਮ ਦੇ ਸ਼ਹੀਦਾਂ ਦੇ ਪੈਰਾਮੀਟਰ ਨੂੰ ਵੇਖਦੇ ਹਾਂ, ਦੂਜਿਆਂ ਦੀ ਗੱਲ ਕਰਦੇ ਹਾਂ, ਜੀਸਸ ਕ੍ਰਾਈਸਟ ਦੀ ਗੱਲ ਕਰਦੇ ਹਾਂ, ਤਾਂ ਉਹਦੇ ਕੋਲ ਕੋਈ ਦੂਜਾ ਰਸਤਾ ਨਹੀਂ ਸੀ। ਨੋਟ ਕਰਿਓ ਇਸ ਗੱਲ ਨੂੰ, ਦੂਜਾ ਰਸਤਾ ਨਹੀਂ ਸੀ। ਬਸ ਆਰਡਰ ਸੀ ਇਹਨੂੰ ਸਲੀਬ ਤੇ ਟੰਗਿਆ ਜਾਵੇ ਤੇ ਮਾਰਿਆ ਜਾਵੇ, ਤੇ ਉਹ ਮਰਨ ਵੇਲੇ ਇਹ ਵਿਸ਼ਾ ਹੋਰ ਹੋ ਜਾਣਾ ਹੈ। ਉਹਨੇ ਇਹ ਗੱਲ ਵੀ ਕਹੀ ਸੀ, ਉਹ ਗੋਡ ਪਲੀਜ਼ ਟੇਕ ਅਵੇ ਫਰਮ ਮੀ ਦ ਬੋਲ ਆਫ ਸੋ, ਵੀ ਜਿਹੜਾ ਇਹ ਦੁੱਖਾਂ ਦਾ ਪਿਆਲਾ ਮੇਰੇ ਕੋਲੋਂ ਦੂਰ ਕਰ ਦੇ, ਮੈਂ ਪੀ ਨਹੀਂ ਸਕਦਾ। ਹਜ਼ਰਤ ਹਸਨ ਦੀ ਸ਼ਹਾਦਤ ਹੁੰਦੀ ਹੈ, ਹਜ਼ਰਤ ਹੁਸੈਨ ਦੀ ਸ਼ਹਾਦਤ ਹੁੰਦੀ ਹੈ, ਪਰ ਉਹਨਾਂ ਦੇ ਕੋਲ ਦੂਜਾ ਰਸਤਾ ਨਹੀਂ ਸੀ, ਸਿੱਧਾ ਸੀ ਵੀ ਮਾਰਨਾ ਹੀ ਹੈ। ਪਰ ਜਦੋਂ ਤੁਸੀਂ ਆਪਣੇ ਕੌਮ ਦੇ ਉਹਨਾਂ ਸੂਰਬੀਰਾਂ ਦੀ ਗੱਲ ਕਰਦੇ ਹੋ, ਸ਼ਹੀਦਾਂ ਦੀ ਗੱਲ ਕਰਦੇ ਹੋ, ਇਤਿਹਾਸ ਦੀ ਗੱਲ ਕਰਦੇ ਹੋ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਗੱਲ ਕਰਦੇ ਹੋ, ਤੇ ਗੁਰੂ ਸਾਹਿਬ ਕੋਲ ਦੂਜਾ ਰਸਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਦੋਂ ਗੁਰੂ ਦੀ ਪਦਵੀ ਨਹੀਂ ਸੀ, ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਜੀ ਦੀ, ਹਜ਼ਰਤ ਸਾਹਿਬ ਜੀ ਦੀ ਉਸਤਤ ਲਿਖ ਦਿਓ, ਤੁਹਾਨੂੰ ਜੀਵਨਦਾਨ ਮਿਲ ਜਾਏਗਾ। ਪਰ ਨਹੀਂ ਚੁਣਿਆ, ਦੂਜਾ ਰਸਤਾ ਨਹੀਂ ਚੁਣਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਦੂਜਾ ਰਸਤਾ ਸੀ, ਇਸਲਾਮ ਕਬੂਲ ਕਰ ਲਓ, ਤੁਹਾਨੂੰ ਮੌਤ ਨਹੀਂ ਮਾਰਿਆ ਜਾਏਗਾ। ਪਰ ਦੂਜਾ ਰਸਤਾ ਜ਼ਿੰਦਗੀ ਦਾ ਨਹੀਂ ਚੁਣਿਆ, ਮੌਤ ਦਾ ਚੁਣਿਆ। ਸਾਹਿਬਜ਼ਾਦਿਆਂ ਕੋਲ ਚਮਕੌਰ ਦੀ ਗੜੀ ਵਿੱਚ ਰਸਤਾ ਸੀ, ਸਰਹੰਦ ਦੀਆਂ ਨੀਹਾਂ ਵਿੱਚ ਵਜ਼ੀਰ ਖਾਨ ਕਹਿੰਦਾ ਵੀ ਤੁਹਾਨੂੰ ਹੁਰਾਂ ਨਾਲ ਵਿਆਹ ਜਾਏਗਾ, ਰਾਜੇ ਬਣਾਇਆ ਜਾਏਗਾ, ਪਰ ਦੂਜਾ ਰਸਤਾ ਨਹੀਂ ਚੁਣਿਆ। ਇਸੇ ਤਰ੍ਹਾਂ ਸ਼ਹੀਦ ਸੰਦੀਪ ਸਿੰਘ ਸਿੱਧੂ ਕੋਲ ਵੀ
ਦੂਜਾ ਰਸਤਾ ਸੀ। ਦੂਜਾ ਰਸਤਾ ਸੀ ਕਿਹੜਾ? ਉਹਦੇ ਕੋਲ ਉਹ ਹਾਲੀਵੁੱਡ ਬਾਲੀਵੁੱਡ ਦੀ ਲਾਈਫ ਸੀ। ਉਹਦੇ ਕੋਲ ਦੂਜਾ ਰਸਤਾ ਸੀ, ਉਹ ਮੰਤਰੀ ਬਣ ਸਕਦਾ ਸੀ। ਉਹਦੇ ਕੋਲ ਦੂਜਾ ਰਸਤਾ ਸੀ, ਉਹ ਪਾਰਟੀ ਵੀ ਬਣਾ ਸਕਦਾ ਸੀ। ਪਰ ਉਹਨੇ ਉਹ ਦੂਜਾ ਰਸਤਾ ਨਹੀਂ ਚੁਣਿਆ। ਉਹਨੇ ਰਸਤਾ ਚੁਣਿਆ ਸੰਘਰਸ਼ ਦਾ। ਤੇ ਜੇ ਸੰਘਰਸ਼ ਕੀਤਾ ਤੇ ਕਰਦਾ ਕਰਦਾ ਉਹ ਕੌਮ ਦਾ ਸੰਘਰਸ਼ੀ ਯੋਧਾ ਤੇ ਕੌਮੀ ਯੋਧਾ ਹੋ ਨਿਬੜਿਆ। ਕਿਉਂਕਿ ਜਦੋਂ ਵੀ ਕਿਤੇ ਸਮਝੌਤੇ ਕੀਤੇ ਜਾਂਦੇ ਨੇ, ਇਤਿਹਾਸ ਨਹੀਂ ਲਿਖੇ ਜਾਂਦੇ। ਘੱਲੂਘਾਰਿਆਂ ਦਾ ਸਮਾਂ ਸਾਡੇ ਤੇ ਆਉਂਦਾ ਹੈ 18ਵੀਂ ਸਦੀ ਦਾ, ਤੇ ਉੱਥੇ ਘੱਲੂਘਾਰੇ ਤੋਂ ਬਾਅਦ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਦੀਵਾਲੀ ਤੇ ਇਕੱਠੇ ਹੁੰਦੇ ਨੇ। ਇਹਦਾ ਮਤਲਬ ਇਹ ਨਹੀਂ ਕਈ ਇੱਥੇ ਸ਼ੰਕਾ ਕਰ ਲੈਣ ਦੀਵਾਲੀ ਨਹੀਂ, ਉਹ ਤਿਉਹਾਰ ਹੁੰਦੇ ਸੀ ਤੇ ਇੱਕ ਦਿਨ ਹੁੰਦਾ ਸੀ ਨਿਸ਼ਚਿਤ ਵੀ ਆਪਾਂ ਇਸ ਤਿਉਹਾਰ ਤੇ ਇਕੱਠੇ ਹੋਣਾ। ਵਿਸਾਖੀ ਦਾ ਦਿਹਾੜਾ ਆਪਾਂ ਇਕੱਠੇ ਹੋਣਾ, ਸੰਗਰਾਮ ਦਾ ਦਿਨ ਆਪਾਂ ਇਕੱਠੇ ਹੋਣਾ। ਇਹਨਾਂ ਤਿਉਹਾਰਾਂ ਨੂੰ ਕੋਈ ਮਤ ਜਾਣਿਓ ਵੀ ਇਹ ਤਾਂ ਬਾਹਮਣਵਾਦ ਹੈ ਜਾਂ ਕੋਈ ਫਲਾਣਾ ਹੈ, ਲੋਕਾਂ ਨੂੰ ਯਾਦ ਰਹਿੰਦੇ ਸੀ ਉਹ ਦਿਨ, ਤੇ ਤਾਂ ਕਰਕੇ ਉੱਥੇ ਇੱਕ ਇਕੱਠ ਰੱਖਿਆ ਜਾਂਦਾ ਸੀ। ਤੇ ਦੀਵਾਲੀ ਦਾ ਦਿਨ ਉੱਥੇ ਇਕੱਠ ਰੱਖਿਆ ਤੇ ਐਡੇ ਕੌਮ, ਐਡੀ ਤਰਾਸਦੀਆਂ ਵਿੱਚੋਂ ਕੌਮ ਨਿਕਲੀ। ਬੱਚਿਆਂ ਨੂੰ ਕੋ ਕੇ ਸ਼ਹੀਦ ਕੀਤਾ ਗਿਆ ਤੇ ਫਿਰ ਸਿੰਘਾਂ ਦਾ ਇਕੱਠ ਹੋ ਗਿਆ। ਤੇ ਉੱਥੇ ਅਬਦਾਲੀ ਨੇ ਸਮਝੌਤਾ ਭੇਜਿਆ ਸੀ ਵੀ ਕਿਉਂ ਜੰਗਲਾਂ 'ਚ ਰਹਿੰਦੇ ਹੋ, ਕਿਉਂ ਘੋੜਿਆਂ ਦੀਆਂ ਕਾਠੀਆਂ ਤੇ ਤੁਰੇ ਫਿਰਦੇ ਹੋ, ਕਿਉਂ ਛੋਲਿਆਂ ਦੀਆਂ ਮੁੱਠਾਂ ਕਾ ਗੁਜ਼ਾਰਾ ਕਰਦੇ, ਆਓ ਤੁਹਾਨੂੰ ਸੋਨੇ ਦੇ ਸਿੰਘਾਸਨ ਦੇਵਾਂਗਾ, ਤੁਹਾਨੂੰ ਮੇਵੇ ਦੇਵਾਂਗਾ, ਬਦਾਮ ਦੇਵਾਂਗਾ, ਆਓ ਰਾਜ ਕਰੋ। ਪਰ ਗੁਰੂ ਕੇ ਸਿੰਘਾਂ ਨੇ ਸਮਝੌਤਾ ਨਹੀਂ ਕਬੂਲਿਆ। ਕਹਿੰਦੇ ਘੋੜਿਆਂ ਦੀਆਂ ਕਾਠੀਆਂ ਮਨਜ਼ੂਰ, ਛੋਲੇ ਮਨਜ਼ੂਰ, ਪਰ ਤੇਰੀ ਈਨ ਨਹੀਂ ਮਨਜ਼ੂਰ। ਜੇ ਈਨ ਨਹੀਂ ਮੰਨੀ, ਸਮਝੌਤਾ ਨਹੀਂ ਕੀਤਾ, ਤੇ ਅੱਜ ਉਹਨਾਂ ਨੂੰ ਚੇਤੇ ਕੀਤਾ ਜਾਂਦਾ, ਅਬਦਾਲੀ ਨੂੰ ਚੇਤੇ ਨਹੀਂ ਕੀਤਾ ਜਾਂਦਾ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੈਠੇ ਸੀ, ਕੀ ਲੱਗਦਾ ਉਹਨਾਂ ਨੂੰ ਸਮਝੌਤੇ ਵਾਸਤੇ ਨਹੀਂ ਕਿਹਾ ਗਿਆ? ਕੀ ਸਮਝੌਤਾ ਸੀ? ਤੁਹਾਨੂੰ ਪਾਕਿਸਤਾਨ ਭੇਜ ਦਿੰਦੇ ਆ, ਤੁਹਾਨੂੰ ਯੂਰਪ ਅਰਬਾਂ ਖਰਬਾਂ ਡਾਲਰ ਦੇ ਕੇ ਭੇਜ ਦਿੰਦੇ ਆ ਸਮਝੌਤੇ ਵਾਸਤੇ, ਤੁਹਾਨੂੰ ਰਾਤੋਂ ਰਾਤ ਐਮਰਜੈਂਸੀ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਆ। ਪਰ ਸਮਝੌਤਾ ਨਹੀਂ ਕੀਤਾ। ਤੇ ਜੇ ਨਹੀਂ ਕੀਤਾ, ਅੱਜ ਯੋਧੇ, ਅੱਜ ਕੌਮ ਉਹਨਾਂ ਦੀਆਂ ਵਾਰਾਂ ਗਾਉਂਦੀ ਹੈ ਨਾ। ਸਰੀਰ ਕਰਕੇ ਤੇ ਗਏ ਨੇ, ਜ਼ਮੀਰਾਂ ਕਰਕੇ ਤੇ ਨਾ ਗਏ ਸਾਡੇ ਵਿੱਚੋਂ। ਇਹੀ ਗੱਲ ਵੀ ਸੰਦੀਪ ਸਿੰਘ ਸਿੱਧੂ ਉਸੇ ਪੈਰਾਂ ਤੇ ਚੱਲਿਆ, ਉਹਨਾਂ ਮਹਾਂਪੁਰਖਾਂ ਦੀਆਂ ਅਸੀਸਾਂ ਲੈ ਕੇ, ਉਹ ਕੌਮ ਦੇ ਇਤਿਹਾਸ, ਗੁਰੂਆਂ ਦੇ ਇਤਿਹਾਸ ਤੋਂ ਸੇਧ ਲੈ ਕੇ ਜਦੋਂ ਗਿਆ ਕਿਸਾਨੀ ਸੰਘਰਸ਼ ਦੇ ਉਹਨਾਂ 32 ਜਥੇਬੰਦੀਆਂ ਵਿੱਚ, ਪੁੱਛਦਾ ਕਾਹਦੀ ਲੜਾਈ ਹੈ? ਕਹਿੰਦੇ ਜ਼ਮੀਨ ਦੀ, ਕਿਸਾਨਾਂ ਦੀ। ਕਹਿੰਦੇ ਇੱਥੇ ਕੋਈ ਵੀ ਦੱਸ ਸਕਦਾ ਗੱਲ, ਕੋਈ ਵੀ ਕਹਿ ਸਕਦਾ। ਕਹਿੰਦੇ ਇਹ ਲੜਾਈ ਸਾਡੀ ਹੋਣ ਤੇ ਖੁਦ ਮੁਖਤਿਆਰੀ ਦੀ ਆ। ਇਸ ਵਿਸ਼ੇ ਤੇ ਆਵਾਂ ਵੀ ਇਹ ਲੜਾਈ ਖੁਦ ਮੁਖਤਿਆਰੀ ਦੀ, ਉਹ ਕਹਿੰਦੇ ਨਹੀਂ ਕਿਸਾਨੀ ਦੀ ਆ। ਤੇ ਉਹ ਉੱਥੋਂ ਉੱਠਿਆ, ਦੁਬਾਰਾ ਉਹਨਾਂ ਵਿੱਚ ਨਹੀਂ ਬੈਠਾ। ਤੇ ਜੇ ਉਹ ਸਮਝੌਤਾ ਕਰ ਲੈਂਦਾ, ਤੇ ਅੱਜ ਜਿਨ੍ਹਾਂ ਨੇ ਸਮਝੌਤੇ ਕੀਤੇ, ਜਿਨ੍ਹਾਂ ਨੇ ਕਿਹਾ ਇਕੱਲੀ ਕਿਸਾਨੀ ਦੀ ਲੜਾਈ ਹੈ, ਮਤ ਮੇਰੀ ਗੱਲ ਦਾ ਬੁਰਾ ਮੰਨਿਓ, ਆ 10 ਮਾਰਚ ਨੂੰ ਸਵਾਵਾਂ ਉਹਨਾਂ ਦੇ ਸਿਰ ਤੇ ਪਈਆਂ ਨੇ। 10 ਮਾਰਚ ਨੂੰ ਸਵਾਹ ਉਹਨਾਂ ਨੇ ਆਪਣੇ ਸਿਰ ਤੇ ਪਵਾਈ ਹੈ। ਸਮਝੌਤਾ ਕਰਨ ਵਾਲੇ ਜਿਹੜੇ ਕਹਿੰਦੇ ਸੀ ਨਾ, ਆ ਅਗਰਾਹਾਂ ਵਰਗੇ ਵੀ ਇਕੱਠ ਕਰਕੇ ਵਿਖਾਓ ਤੁਸੀਂ ਖੁਦ ਮੁਖਤਿਆਰੀ ਵਾਲੇ, ਤੇ ਉਹਨਾਂ ਨੂੰ ਕਿਹਾ ਵੀ ਵੇਖ ਲਿਓ ਸੀ ਭੋਗ ਤੇ 5 ਲੱਖ ਦਾ ਇਕੱਠ ਵੇਖ ਲਿਆ ਸੀ ਨਾ, ਤੇ ਤੁਸੀਂ ਵੀ ਕਰ ਲਓ। ਗੱਲ ਇਕੱਠਾਂ ਦੀ ਨਹੀਂ ਹੈ, ਗੱਲ ਸਮਝੌਤੇ, ਗੱਲ ਸਿਧਾਂਤਾਂ ਦੀ ਆ। ਉਹਨੇ ਸਮਝੌਤਾ ਨਹੀਂ ਕੀਤਾ, ਉੱਠ ਆਇਆ। ਤੇ ਸੱਤ ਜਾਣਿਓ ਗੁਰੂ ਪਿਆਰਿਓ, ਜਦੋਂ ਆਪਾਂ, ਕਿਉਂਕਿ ਜਿਹੜੀ ਗੁਲਾਮੀ ਆ ਨਾ, ਹੁਣ ਇਸ ਵਿਸ਼ੇ ਤੇ ਸੁਣਿਓ 2 ਮਿੰਟ। ਖੁਦ ਮੁਖਤਿਆਰੀ ਦਾ ਮਤਲਬ ਇਹ ਨਹੀਂ ਵੀ ਅਸੀਂ ਹਥਿਆਰਬੰਦ ਸੰਘਰਸ਼ ਚੱਕ ਲਿਆ, ਹਥਿਆਰ ਚੱਕ ਲਏ। ਖਾਲਿਸਤਾਨ ਦਾ ਨਾਮ ਲੈਣਾ ਕੋਈ ਗਲਤ ਗੱਲ ਨਹੀਂ ਹੈ। ਜਿਹੜੇ ਤੁਹਾਨੂੰ ਲੋਕ ਕਹਿੰਦੇ ਨਾ ਖਾਲਿਸਤਾਨ ਦਾ ਨਾਮ ਲੈ ਕੇ ਤੁਹਾਨੂੰ ਡਰਾਉਂਦੇ ਨੇ, ਪਹਿਲਾਂ ਤੇ ਇਸ ਡਰ ਨੂੰ ਮਨ ਵਿੱਚੋਂ ਕੱਢੋ, ਬਿਲਕੁਲ ਕੱਢ ਦਿਓ। ਤੁਹਾਡੇ ਕੋਲ ਲੀਗਲ, ਤੁਹਾਡੇ ਕੋਲ ਸੰਵਿਧਾਨਕ ਹੱਕ ਹੈ, ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ। ਓਏ ਕਿਉਂ ਨਾ ਕਰੀਏ? ਉਹ ਕਹਿੰਦੇ ਨੇ ਤੁਸੀਂ ਕਿਉਂ ਕਰਦੇ ਹੋ, ਅਸੀਂ ਕਹਿੰਦੇ ਆ ਕਿਉਂ ਨਾ ਕਰੀਏ। ਜਿਹੜੇ ਇਸ ਦੇਸ਼ ਤੇ ਅੱਜ ਰਾਜ ਪੇ ਕਰਦੇ ਨੇ, ਉਹ ਕਹਿ ਸਾਡੇ ਨਾਲ ਕੁਰਸੀ ਤੇ ਬੈਠੋ, ਉਹ ਜਵਾਬ ਦੇ ਦੇਣ ਵੀ ਤੁਹਾਡੇ ਕੋਲ ਇਸ ਦੇਸ਼ ਦਾ ਰਾਜ ਕਿਵੇਂ ਹੈ। ਅਸੀਂ ਦੱਸਾਂਗੇ ਅਸੀਂ ਕਿਉਂ ਰਾਜ ਕਰਨਾ ਚਾਹੁੰਦੇ ਆ। ਉਹ ਸਾਡਾ ਰਾਜ ਰਿਹਾ, ਦਰਿਆ ਖੈਬਰ ਤੱਕ ਰਾਜ ਰਿਹਾ, ਸਾਡਾ ਦਾਅਵਾ ਇਸ ਧਰਤੀ ਤੇ। ਵੱਡੇ ਵੀਰ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ, ਸਾਡਾ ਦਾਅਵਾ ਹੈ ਕਿ ਨਹੀਂ ਹੈ ਇਸ ਧਰਤੀ ਤੇ?
ਜੇ ਆਪਾਂ ਤੁਸੀਂ ਕਹਿ ਦਿਓ ਵੀ ਮੈਂ ਇੱਥੇ ਮੁੱਖ ਮੰਤਰੀ ਬਣਨਾ ਹੈ, ਤਾਂ ਤੁਹਾਡਾ ਹੱਕ ਹੈ, ਤੁਹਾਡਾ ਹੱਕ ਹੈ, ਕਿਉਂਕਿ ਤੁਸੀਂ ਇਸ ਧਰਤੀ ਤੇ ਜੰਮੇ ਪਲੇ ਹੋ, ਤੁਹਾਡਾ ਦਾਅਵਾ ਹੈ। ਇਹ ਤੁਹਾਡੇ ਗੁਰੂਆਂ ਧਰਤੀ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੈ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਯਾਰ ਅਸੀਂ ਰਾਜੇ ਕਿਉਂ ਨਹੀਂ? ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਕਿਹੜੇ ਪਾਸਿਓਂ ਰਾਜੇ ਨਹੀਂ? ਆਹੀ ਸਾਨੂੰ 1851 ਤੋਂ ਬਾਅਦ ਸਾਨੂੰ ਜੰਜੀਰਾਂ ਨਾਲ ਨਹੀਂ ਜਕੜਿਆ ਗਿਆ, ਸਾਡੀ ਸੋਚ ਨੂੰ ਗੁਲਾਮ ਕੀਤਾ ਗਿਆ। ਤੁਹਾਡੇ ਅੰਦਰੋਂ ਇਹ ਸੰਕਲਪ ਕੱਢ ਦਿੱਤਾ, ਤੁਸੀਂ ਰਾਜੇ ਨਹੀਂ। ਤੁਸੀਂ ਰਾਜੇ ਕਿਉਂ ਨਹੀਂ ਬਈ? ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੀ ਕਲਗੀ ਆਪਣੇ ਦਸਤਾਰ ਤੇ ਸਜਾਉਂਦੇ ਸੀ ਨਾ, ਉਹ ਕਲਗੀ 9 ਮਹੀਨੇ ਵਿੱਚ ਬਣੀ ਸੀ, ਈਰਾਨ ਦੇ ਕਾਰੀਗਰਾਂ ਨੇ ਬਣਾਈ ਸੀ। ਉਹਦੇ ਨਾਲ ਦੀ ਦੂਜੀ ਕਲਗੀ ਅੱਜ ਤੱਕ ਦੁਨੀਆ ਵਿੱਚ ਨਹੀਂ ਬਣੀ। ਫਿਰ ਦੱਸੋ ਅਸੀਂ ਉਸ ਰਾਜੇ ਦੇ ਪੁੱਤਰ, ਪਿਓ ਦੇ, ਉਸ ਪਿਓ ਰਾਜੇ ਦੇ ਅਸੀਂ ਪੁੱਤ ਕੀ ਹੋਏ? ਫਿਰ ਭਾਜੀ ਕੀ ਹੋਏ? ਰਾਜੇ ਨਾ ਹੋਏ। ਸਾਡਾ ਪਿਓ ਰਾਜਾ ਕਿਵੇਂ ਨਹੀਂ ਸੀ? ਜਿਸ ਬਾਟੇ ਵਿੱਚ ਪਾਣੀ ਪੀਂਦਾ ਸੀ ਪਹਿਲਾਂ ਸਾਡਾ ਪਿਓ, ਉਹ ਬਾਟੇ ਦਾ ਮੁੱਲ 2.5 ਲੱਖ, ਪ੍ਰਸਾਦੀ ਹਾਥੀ ਉਹਦੇ ਵਰਗਾ ਇੱਕੋ, ਚੰਦੋਏ ਦਾ ਮੁੱਲ 2.5 ਲੱਖ, ਤੇ ਜਿਹੜੇ ਮੇਰੇ ਪਿਓ ਦੇ ਤੀਰ ਹੁੰਦੇ ਸੀ ਉਹਦੇ 1.25 ਤੋਲਾ ਸੋਨਾ ਲੱਗਾ ਹੁੰਦਾ ਸੀ। ਦਿਖਾਓ ਕਿਹੜਾ ਰਾਜਾ ਹੈ ਜਿਹਦੇ ਤੀਰਾਂ ਤੇ ਸੋਨਾ ਲੱਗਾ ਹੈ? ਅਸੀਂ ਤਾਂ ਉਸ ਪਿਓ ਦੇ ਪੁੱਤਾਂ, ਰਾਜੇ ਦੇ ਪੁੱਤਾਂ। ਫਿਰ ਅਸੀਂ ਰਾਜੇ ਕਿਉਂ ਨਹੀਂ ਬਈ? ਤੁਸੀਂ ਇਹ ਸੋਚ ਦਿਮਾਗ ਵਿੱਚੋਂ ਕੱਢ ਦਿੱਤੀ, ਇਹ ਫੀਲਿੰਗ ਕੱਢ ਦਿੱਤੀ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ, ਤੁਹਾਡਾ ਇਸ ਧਰਤੀ ਤੇ ਦਾਵਾ ਹੈ, ਤੁਸੀਂ ਰਾਜ ਕੀਤਾ, ਤੁਸੀਂ ਰਾਜੇ ਹੋ। ਬਸ ਕਿਉਂ ਤੁਸੀਂ ਗੁਲਾਮ ਪਤਾ ਕਿਵੇਂ ਹੋ ਗਏ? ਜਦੋਂ 26 ਜਨਵਰੀ ਨੂੰ ਤੁਹਾਡੀ ਸੋਚ ਨੂੰ ਗੁਲਾਮ ਕੀਤਾ ਗਿਆ, ਦਿੱਲੀ ਤੇ ਨਿਸ਼ਾਨ ਸਾਹਿਬ ਚਲਾਇਆ ਗਿਆ ਕੇਸਰੀ, ਤੇ ਤੁਹਾਡੇ ਅੰਦਰ ਡਰ ਪੈਦਾ ਕਰ ਦਿੱਤਾ ਗਿਆ, ਤੇ ਤੰਬੂਆਂ ਤੋਂ ਲੋਕਾਂ ਨੇ ਨਿਸ਼ਾਨ ਸਾਹਿਬ ਲਾ ਕੇ ਤਿਰੰਗੇ ਲਾ ਲਏ ਸੀ। ਭਾਈ ਸੱਚੀ ਗੱਲ ਹੈ ਨੇ, ਇਹ ਸੋਚ ਤੁਹਾਡੇ ਅੰਦਰ ਪੈਦਾ ਕਰਦੀ, ਡਰ ਪੈਦਾ ਕਰਤਾ। ਹੁਣ ਤੁਹਾਡੇ ਅੰਦਰ ਡਰ ਪੈਦਾ ਹੀ ਕਰਤਾ। ਪੇਪਰ ਦੇਣ ਜਾਣਾ ਹੈ, ਤਾਂ ਤੁਸੀਂ ਕੜਾ, ਕਈ ਵਾਰ ਤੁਹਾਨੂੰ ਕੜਾ ਲਵਾਇਆ ਜਾਂਦਾ ਹੈ। ਇਹ ਕੀ ਹੈ? ਤੁਹਾਡੇ ਅੰਦਰ ਵੀ ਮੈਂ ਕੜਾ ਲਾ ਦੋ ਯਾਰ, ਪੇਪਰ ਕਰਨਾ, ਕੋਈ ਗੱਲ ਨਹੀਂ। ਸਡਨਲੀ ਵੀ ਜਿਹੜੀ ਬਿਊਰੋ ਆਫ ਜਿਹੜੀ 에ਅਰਲਾਈਨ ਦੇ ਨਾਲ ਜਿਹੜੀ ਸਿਕਿਉਰਿਟੀ ਨਾਲ ਰਿਲੇਟਡ ਹੈ, ਉਹਨਾਂ ਨੇ ਸਡਨਲੀ ਇੱਕ ਆਰਡਰ ਦਿੱਤਾ ਵੀ ਜਿਹੜੇ EMPLOYE ਨੇ ਉਹ ਕਿਰਪਾਨ ਨਹੀਂ ਪਾ ਸਕਦੇ, ਡਿਊਟੀ ਨਹੀਂ ਕਰ ਸਕਦੇ। ਇਹ ਕੀ ਹੈ? ਇਹ ਤੁਹਾਡੇ ਆਪਣੇ ਆਪ 'ਚ ਗੁਲਾਮੀ ਦਾ ਅਹਿਸਾਸ ਹੈ। ਜਿਹੜੇ ਕਹਿੰਦੇ ਨੇ ਵੀ ਸਾਡਾ ਕਿਹੜਾ ਮੁੰਡਾ 에ਅਰਪੋਰਟ ਤੇ ਨੌਕਰੀ ਕਰਦਾ, ਸਾਨੂੰ ਕੀ ਲੋੜ ਪਈ ਹੈ, ਅਸੀਂ ਤਾਂ ਪਾਈ ਜਾਂਦੇ ਆ। ਦਿੱਲੀ ਮੈਟਰੋ ਦੇ ਵਿੱਚ ਜੇ ਮੈਂ ਆਹ ਕਿਰਪਾਨ ਪਾ ਕੇ ਜਾਵਾਂ ਤੇ ਇਹ ਵੀ ਰੋਕ ਦਿੰਦੇ ਨੇ ਮੈਟਰੋ 'ਚ। ਇਹ ਕਿਰਪਾਨ ਵੀ ਉਹ ਗੱਲ ਵੱਖਰੀ, ਅਸੀਂ ਲੰਘ ਜਾਂਦੇ ਹਾਂ ਰੋਲਾ ਪਾ ਕੇ, ਆਹ ਕਿਰਪਾਨ ਵੀ ਰੋਕੀ ਜਾਂਦੀ ਹੈ, ਮੈਟਰੋ ਦੇ ਵਿੱਚ ਰੋਕੀ ਜਾਂਦੀ ਆ। ਕਿੱਥੋਂ ਤੁਸੀਂ ਆਜ਼ਾਦੀ ਦੀ? ਇਹ ਤੁਹਾਡੀ ਸੋਚ ਗੁਲਾਮ ਕਰ ਦਿੱਤੀ ਗਈ ਆ। ਇਹ ਗੱਲ ਸ਼ਹੀਦ ਸੰਦੀਪ ਸਿੰਘ ਤੁਹਾਨੂੰ ਸਮਝਾਉਣੀ ਚਾਹੁੰਦਾ ਸੀ। ਆਹ ਗੱਲ ਵੀ ਆਪਣੀ ਸੋਚ ਦਾ ਘੇਰਾ ਦੌੜਾਓ, ਆਪਣੀ ਸੋਚ ਨੂੰ ਵਿਕਸਿਤ ਕਰੋ, ਆਪਣੀ ਸੋਚ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜੋ। ਗੁਲਾਮ ਇਕੱਲੇ ਜੰਜੀਰਾਂ ਨਾਲ ਜਕੜੇ ਹੋਏ ਨਹੀਂ ਨਜ਼ਰ ਆਉਂਦੇ। ਸੋ ਇਸ ਕਰਕੇ ਜੇ ਸਤਿਗੁਰਾਂ ਨੇ ਕਿਰਪਾ ਕੀਤੀ ਆ, ਸਮਾਂ ਮੇਰਾ ਲਗਭਗ ਸਮਾਪਤੀ ਦੇ ਨੇੜੇ ਆ, ਹੋ ਗਿਆ ਸਮਾਪਤ, ਵੈਸੇ ਮੈਂ ਸਮਾਪਤੀ ਕਰਨ ਲੱਗਾ ਜੀ। ਜੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਮੈਂ ਇੱਕ ਬੇਨਤੀ ਕਰਾਂਗਾ, ਸਿਰੋਂ ਪਾਓ ਨਾ ਦਿਓ ਮੈਨੂੰ। ਉਹਦਾ ਕਾਰਨ ਦੱਸ ਦਿੰਦਾ। ਇਹ ਬੜੀ ਵੱਡੀ ਕੁਰਬਾਨੀ ਹੈ। ਪ੍ਰਬੰਧਕਾਂ ਨੂੰ ਬੇਨਤੀ ਕਰਾਂ, ਮੈਂ ਬੱਚਾ ਤੁਹਾਡਾ, ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਤੋਰੋਗੇ, ਮੈਨੂੰ ਮਾਣ ਮਿਲੇਗਾ। ਸਿਰੋਂ ਪਾਓ ਬੜੀ ਵੱਡੀ ਕੁਰਬਾਨੀ ਹੈ, ਇਹਦਾ ਬੜਾ ਵੱਡਾ ਮੁੱਲ ਹੈ। ਇਹ ਆਪਾਂ ਬੇਸ਼ੱਕ 2 ਮੀਟਰ ਤਾਂ ਸਮਝ ਲੈਂਦੇ ਆ, ਪਰ ਬੜਾ ਵੱਡਾ ਮੁੱਲ ਹੈ। ਜਿਸ ਦਿਨ ਕੋਈ ਕੌਮ ਵਾਸਤੇ ਕੁਰਬਾਨੀ ਹੋਏਗੀ ਤੇ ਜ਼ਰੂਰ ਦੇ ਦਿਓ। ਅਜੇ ਔਕਾਤ ਹੈ ਨਹੀਂ ਇਹਦਾ ਭਾਰ ਝੱਲਣ ਦੀ। ਮੈਂ ਬੇਨਤੀ ਕਰ ਰਿਹਾ ਸੀ ਵੀ ਸਾਡੇ ਅੰਦਰ ਇਹ ਗੁਲਾਮੀ ਦਾ ਅਹਿਸਾਸ ਪੈਦਾ ਕਰ ਦਿੱਤਾ ਗਿਆ। ਤੇ ਦੂਜੀ ਗੱਲ, ਤੁਸੀਂ ਆਪਣਾ ਕਿਰਦਾਰ ਵੀ ਭੁੱਲ ਗਏ, ਕਰੈਕਟਰ ਵੀ ਭੁੱਲ ਗਏ। ਤੁਹਾਡਾ ਕਿਰਦਾਰ ਕੀ ਆ? ਇੱਕ ਗੱਲ ਯਾਦ ਰੱਖਿਓ, ਮੋਟਾ ਦਿਮਾਗ 'ਚੋਂ ਕੱਢ ਲਓ। ਮੇਰੇ ਨੌਜਵਾਨ ਬੈਠੇ ਨੇ, ਵੀਰ ਕਲੀਨ ਛੇ ਬੈਠੇ ਨੇ। ਇਹ ਜ਼ਰੂਰੀ ਨਹੀਂ ਵੀ ਯਾਰ ਮੈਂ ਕਿਰਪਾਨ ਪਾ ਲਈ ਤੇ ਮੇਰੇ ਕੋਲ ਸਰਟੀਫਿਕੇਟ ਆ, ਮੈਂ ਬਹੁਤ ਚੰਗਾ। ਮੇਰੀ ਗੱਲ ਨੂੰ ਧਿਆਨ ਦਿਓ ਜੇ, ਮੈਂ ਕਿਰਪਾਨ ਪਾ ਲਈ ਤਾਂ ਮੈਂ ਬਹੁਤ ਚੰਗਾ, ਤੁਸੀਂ ਕਲੀਨ ਛੇ ਹੋ, ਤੁਸੀਂ ਮਾੜੇ ਹੋ, ਨਹੀਂ। ਪਰ ਵੀਰੋ ਇਸ ਗੱਲ ਨੂੰ ਵੀ ਧਿਆਨ 'ਚ ਰੱਖਿਓ ਜੇ, ਉਹਨਾਂ ਨੂੰ ਡਰ ਸਿੱਖ ਤੋਂ ਨਹੀਂ ਆ, ਉਹਨਾਂ ਨੂੰ ਡਰ ਤੁਹਾਡੇ ਸਰੂਪ ਤੋਂ ਹੈ। ਇਸ ਸਰੂਪ ਤੋਂ ਡਰਦੇ ਨੇ ਉਹ। ਆ ਪਿੱਛੇ ਜੇ ਇਲੈਕਸ਼ਨ ਹੋਏ, ਇੱਕ ਨਿਹੰਗ ਸਿੰਘ ਰੋਲਾ ਪਾਉਂਦਾ ਸੀ ਨਾ ਵੀ ਮੈਂ ਕਿਰਪਾਨ ਫੜੀ ਹੈ ਤੇ ਮੈਨੂੰ ਵੋਟ ਨਹੀਂ ਪਾਉਣ ਦਿੱਤੀ ਗਈ। ਸੁਣਿਆ ਬਾਜੀ ਆਪਾਂ?
ਤੇ ਇੱਕ ਵਿਆਹ ਵਾਲਾ ਮੁੰਡਾ ਵੋਟ ਪਾਉਣ ਜਾਂਦਾ ਹੈ, ਉਹਨੇ ਦਾੜੀ ਕੱਟੀ ਹੈ, ਕਿਰਪਾਨ ਫੜੀ, ਉਹਦੀ ਕਿਰਪਾਨ ਨਹੀਂ ਰੋਕੀ, ਉਹਦੀ ਕਿਰਪਾਨ, ਉੱਥੇ ਕਾਨੂੰਨ ਨਹੀਂ ਸੀ ਕੋਈ, ਉਹਨਾਂ ਨੂੰ ਡਰ ਤੁਹਾਡੇ ਬਾਣੇ ਤੋਂ, ਤੁਹਾਡੇ ਸਰੂਪ ਤੋਂ ਲੱਗਦਾ ਹੈ। ਤੇ ਮੈਂ ਹੱਥ ਜੋੜ ਬੇਨਤੀ ਕਰਾਂਗਾ, ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚੇ ਆ। ਮੈਨੂੰ 2 ਮਿੰਟ ਲੈ ਲੈਣ ਦਿਓ, ਹੋਰ ਮੇਰਾ ਦਿਲ ਕਰਦਾ ਮੈਂ ਨੌਜਵਾਨਾਂ ਨਾਲ ਗੱਲ ਕਰ ਲਾਂ। ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚੇ ਆ। ਮੇਰੀਆਂ ਭੈਣਾਂ ਬੈਠੀਆਂ ਨੇ, ਭੈਣਾਂ ਵੀ ਗੱਲ ਧਿਆਨ 'ਚ ਰੱਖਿਓ। ਇੱਕ ਇੰਗਲਿਸ਼ ਦਾ ਵਿਦਵਾਨ ਕਹਿੰਦਾ, ਬਾਈ ਗੇਨੀਰਾ ਇਟਸ ਕੰਸੀਡਰ ਦੈਟ ਦੀ ਗਰਲਸ ਆਰ ਪ੍ਰਾਊਡ ਆਫ ਆਵਰ ਕੰਟਰੀ, ਨਾਓ ਇਨ ਦੀ ਪ੍ਰੈਜ਼ੈਂਟ ਟਾਈਮ ਯੂ ਆਲਸੋ ਸੇਵ ਯੂਰ ਜਨਰੇਸ਼ਨ। ਭੈਣਾਂ ਤੇ ਕੌਮ ਨੂੰ ਮਾਣ ਹੈ। ਕਿਉਂ? ਕਿਉਂਕਿ ਜਦੋਂ ਜਦੋਂ ਕੌਮ ਨੂੰ ਜ਼ਰੂਰਤ ਪਈ ਹੈ ਤੁਸੀਂ ਹਥਿਆਰ ਚੱਕੇ ਨੇ, ਕੌਮ ਨੂੰ ਲੋੜ ਪਈ ਹੈ ਤੁਸੀਂ ਟੁੱਟੀ ਗੰਢੀ ਆ, ਤੁਸੀਂ ਵਿਦਾਵਾ ਪੜਵਾਇਆ, ਤੇ ਅੱਜ ਫੇਰ ਕੌਮ ਨੂੰ ਤੁਹਾਡੀ ਲੋੜ ਹੈ। ਵਿਦਾਵੇ ਅੱਜ ਵੀ ਤੁਹਾਡੇ ਘਰ ਘਰ ਵਿੱਚ ਤੁਹਾਡੇ ਪੁੱਤਰਾਂ ਨੇ, ਤੁਹਾਡੇ ਪਤੀਆਂ ਨੇ, ਤੁਹਾਡੇ ਭਰਾਵਾਂ ਨੇ, ਤੁਹਾਡੇ ਬੱਚਿਆਂ ਨੇ ਵਿਦਾਵੇ ਦਿੱਤੇ ਹੋਏ ਨੇ। ਉਹ ਵਿਦਾਵਾ ਤਾਂ ਹੀ ਪਾੜਿਆ ਜਾਏਗਾ ਜੇ ਤੁਸੀਂ ਇੱਕ ਮਾਤਾ ਭਾਗ ਕੌਰ ਦਾ ਰੋਲ ਆਪਣੇ ਘਰ ਦੇ ਵਿੱਚ ਅਦਾ ਕਰੋਗੀਆਂ। ਸਾਨੂੰ ਬੜੀਆਂ ਮਾਰਾਂ ਪੈ ਰਹੀਆਂ ਨੇ, ਬਹੁਤ ਮਾਰਾਂ ਪੈ ਰਹੀਆਂ ਨੇ ਪੰਜਾਬ ਦੇ ਵਿੱਚ। ਪੰਜਾਬੀ ਨਹੀਂ, ਕਿਹੜੇ ਕਿਹੜੇ ਵਿਸ਼ੇ ਤੇ ਗੱਲ ਕਰੀਏ ਆਪਾਂ, ਕਿਹੜੇ ਟੌਪਿਕ ਤੇ ਗੱਲ ਕਰੀਏ, 2-2 ਘੰਟੇ ਲੱਗਦੇ ਇੱਕ ਵਿਸ਼ੇ ਦੇ ਸਮਝਣ ਨੂੰ। ਸਾਨੂੰ ਬੜੇ ਪਾਸੇ ਮਾਰਾਂ ਪੈ ਰਹੀਆਂ ਨੇ, ਪਰ ਅਸੀਂ ਅਜੇ ਤੱਕ ਇਹ ਨਹੀਂ ਸਮਝ ਸਕੇ। ਲੜ ਰਹੇ ਆਪਾਂ, ਇਹ ਨਹੀਂ ਵੀ ਕੌਮ ਮਰ ਗਈ ਨਾ, ਇਹ ਕੌਮ ਕਦੇ ਨਹੀਂ ਮਰ ਸਕਦੀ, ਕਿਉਂਕਿ ਇਹਦੇ ਉੱਪਰ ਕਲਗੀਧਰ ਪਾਤਸ਼ਾਹ ਦਾ ਹੱਥ ਹੈ। ਇਹ ਪੰਥ ਕਿਸੇ ਬਾਬੇ ਦਾ, ਕਿਸੇ ਪ੍ਰਚਾਰਕ ਦਾ ਨਹੀਂ, ਇਹ ਪੰਥ ਕਲਗੀਆਂ ਵਾਲੇ ਦਾ, ਫਿਕਰ ਉਹਨੂੰ ਹੈ, ਸਾਨੂੰ ਨਹੀਂ। ਇਹ ਕੌਮ, ਕਿਉਂਕਿ ਜਦੋਂ ਤੱਕ ਰਹਿੰਦੀ ਦੁਨੀਆ ਵਿੱਚ ਇੱਕ ਵੀ ਸਿੱਖ, ਇੱਕ ਵੀ ਸਿੰਘ ਪੂਰੀ ਦੁਨੀਆ ਦੇ ਵਿੱਚ ਜਿਉਂਦਾ ਨਾ, ਤੇ ਰਾਜ ਕਰੇਗਾ ਖਾਲਸਾ ਦਾ ਜਿਹੜਾ ਆਪਣਾ ਮਿਸ਼ਨ ਹੈ, ਇਹਨੂੰ ਤੁਸੀਂ ਕੱਟ ਨਹੀਂ ਸਕਦੇ। ਤੇ ਇੱਕ ਗੱਲ ਹੋਰ ਯਾਦ ਰੱਖਿਓ, ਜਿਹੜੇ ਕਹਿੰਦੇ ਖਾਲਸਾ ਮੁਕਾ ਦੇਣਾ, ਰਹਿੰਦੀ ਦੁਨੀਆ ਵਿੱਚ ਇੱਕੋ ਇੱਕ ਤੁਸੀਂ ਹੋ, ਖਾਲਸੇ ਤੁਸੀਂ ਹੋ। ਵੀ ਲੋਕੀ ਬਰਸੀਆਂ ਤਾਂ ਸਭ ਦੀਆਂ ਮਨਾਉਂਦੇ ਨੇ, ਪਰ ਇੱਕੋ ਇੱਕ ਖਾਲਸਾ ਹੈ ਜਿਹਦਾ ਹਰ ਸਾਲ ਜਨਮ ਦਿਨ ਤੇ ਮਨਾਇਆ ਜਾ ਸਕਦਾ, ਬਰਸੀ ਕਦੇ ਨਹੀਂ ਮਨਾਈ ਜਾ ਸਕਦੀ। ਫਿਰ ਕਿਵੇਂ ਮੁੱਕ ਜਾਓਗੇ? ਜਵਾਬ ਦਿਓ ਬਈ। ਜਦੋਂ ਤੁਹਾਡੀ ਬਰਸੀ ਮਨਾਈ ਨਹੀਂ ਜਾ ਸਕਦੀ, ਕਿਵੇਂ ਮੁੱਕ ਜਾਓਗੇ ਤੁਸੀਂ? ਪਰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕੀਤੀ ਆ, ਭਾਈ ਨੰਦ ਲਾਲ ਸਿੰਘ ਦਾ ਬੋਲ ਚਿੱਤੇ ਰੱਖਿਓ। ਭਾਈ ਨੰਦ ਲਾਲ ਸਿੰਘ ਤੁਰੇ ਜਾਂਦੇ ਸੀ, ਨਾਲ ਸਿੰਘ ਸੀ, ਮਹਾਰਾਜ ਨੇ ਪੱਥਰ ਚੁੱਕਿਆ, ਪਾਣੀ 'ਚ ਵੱਟਾ ਵਗਾ ਕੇ ਮਾਰਿਆ, ਪੱਥਰ ਡੁੱਬ ਗਿਆ। ਸਿੰਘਾਂ ਨੂੰ ਪੁੱਛਿਆ, ਸਿੰਘੋ ਕਿਉਂ ਡੁੱਬਿਆ? ਤੇ ਸਤਿਗੁਰੂ ਪਾਤਸ਼ਾਹ ਨੂੰ ਸਿੰਘ ਜਵਾਬ ਦਿੰਦੇ, ਜੀ ਪੱਥਰ ਭਾਲਾ ਡੁੱਬ ਗਿਆ। 5 ਮਿੰਟਾਂ ਬਾਅਦ ਫੇਰ ਪੱਥਰ ਚੁੱਕਿਆ, ਫੇਰ ਮਾਰਿਆ, ਪੱਥਰ ਡੁੱਬ ਗਿਆ। ਸਿੰਘਾਂ ਨੂੰ ਪੁੱਛਿਆ ਕਿਉਂ ਡੁੱਬਿਆ? ਸਿੰਘ ਕਹਿੰਦੇ, ਮਹਾਰਾਜ ਪਾਣੀ ਦਾ ਸੁਭਾਅ ਆ ਡੁੱਬਣਾ, ਤੇ ਪੱਥਰ ਡੁੱਬ ਗਿਆ। ਫੇਰ ਥੋੜੀ ਦੇਰ ਬਾਅਦ ਪੱਥਰ ਚੁੱਕਿਆ, ਪਾਣੀ 'ਚ ਮਾਰਿਆ, ਤੇ ਫੇਰ ਸਤਿਗੁਰਾਂ ਨੇ ਪੁੱਛਿਆ ਭਾਈ ਨੰਦ ਲਾਲ ਸਿੰਘ ਜੀ ਕੋਲੋਂ। ਭਾਈ ਨੰਦ ਲਾਲ ਸਿੰਘ ਜੀ ਕੋਲ ਜਵਾਬ ਨਾ ਦਿੱਤਾ ਗਿਆ, ਉਹ ਰੋ ਪਏ, ਰੋਣ ਲੱਗ ਗਏ, ਦਾੜਾ ਹੰਝੂਆਂ ਨਾਲ ਭਿੱਜ ਗਿਆ। ਭਾਈ ਨੰਦ ਲਾਲ ਸਿੰਘ ਜੀ ਜਵਾਬ ਦਿਓ, ਰੋ ਕਿਉਂ ਰਹੇ ਹੋ? ਤੇ ਭਾਈ ਨੰਦ ਲਾਲ ਸਿੰਘ ਕਹਿੰਦੇ, ਮਹਾਰਾਜ ਮੈਨੂੰ ਨਹੀਂ ਪਤਾ ਪੱਥਰ ਭਾਰਾ, ਮੈਨੂੰ ਨਹੀਂ ਪਤਾ ਪਾਣੀ ਦਾ ਸੁਭਾਅ, ਮੇਰੇ ਪਾਤਸ਼ਾਹ ਮੈਨੂੰ ਸਿਰਫ ਇੰਨਾ ਪਤਾ ਹੈ, ਜਿਹੜੇ ਤੇਰੇ ਹੱਥੋਂ ਛੁੱਟ ਗਏ ਉਹ ਡੁੱਬ ਗਏ। ਬਸ ਇਹ ਗੱਲ ਚੇਤੇ ਰੱਖਿਓ ਜੀ, ਜਿਹੜੇ ਗੁਰੂ ਦੇ ਹੱਥੋਂ ਛੁੱਟ ਗਏ ਉਹ ਡੁੱਬਣਗੇ ਹੀ ਡੁੱਬਣਗੇ, ਜਿਹੜੇ ਗੁਰੂ ਦੇ ਹੱਥਾਂ ਦੇ ਵਿੱਚ ਆ ਗਏ ਉਹ ਕਦੇ ਡੁੱਬ ਨਹੀਂ ਜੇ ਸਕਦੇ। ਮੈਂ ਨੌਜਵਾਨਾਂ ਨੂੰ ਖਾਸ ਕਰ ਬੇਨਤੀ ਕਰਾਂ, ਮੈਂ ਖੜਿਆ ਤੁਹਾਡੇ ਸਾਹਮਣੇ, ਮੈਂ ਕੋਈ ਜੰਮਿਆ ਨਹੀਂ ਕੋਈ ਯੋਧਾ ਜਾਂ ਦਲੇਰ, ਮੈਂ ਸੂਰਮਾ ਨਹੀਂ ਕੋਈ। ਜੇ ਮੈਂ ਆਪਣੀ ਹਿਸਟਰੀ ਗੱਲ ਕਰਾਂ, ਮੈਂ ਇੱਕ ਬੜਾ ਐਡਿਕਟ ਸੀਗਾ ਡਰੱਗਸ ਦਾ, ਨਸ਼ੇ ਕਰਦਾ ਸੀ ਮੈਂ ਬਹੁਤ ਜ਼ਿਆਦਾ। ਇਹ ਨਹੀਂ ਵੀ ਇੱਥੇ ਖੜ ਕੇ ਹਾਂ ਜੀ ਸਾਡੇ ਵਰਗਾ ਤੇ ਵਿਦਵਾਨ ਕੋਈ ਨਹੀਂ, ਹਾਂ ਨਾ ਨਾ ਨਾ। ਪਾਸਟ, ਸਾਡਾ ਪਾਸਟ ਕੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਨਹੀਂ ਵੀ ਅਸੀਂ ਬੜੇ ਕੌਮ ਵਾਸਤੇ ਕਰਦੇ ਤੁਰਦੇ ਫਿਰਦੇ ਆ। ਮੈਂ ਕਲੀਨ ਸ਼ੇਵ ਸੀ, ਕਲੀਨ ਸ਼ੇਵ। ਨਸ਼ੇ ਕਰਦਾ ਸੀ, ਮੈਂ ਜੌਬ ਕਰਦਾ ਸੀ, ਗਵਰਨਮੈਂਟ ਜੌਬ ਸੀ ਮੇਰੀ। ਪਰ ਇੱਕ ਗੱਲ ਉਦੋਂ ਤੇ ਅੱਜ ਦੇ ਵਿੱਚ ਇਹ ਚੀਜ਼ ਮੈਨੂੰ, ਜੋ ਮੈਨੂੰ ਸਕੂਨ ਮਿਲਦਾ ਨਾ, ਲੜਦੇ ਉਦੋਂ ਵੀ ਸੀ, ਲੜਦੇ ਅੱਜ ਵੀ ਆ, ਪਰ ਜੇ ਉਦੋਂ ਮਰ ਜਾਂਦੇ ਤੇ ਕੁੱਤੇ ਦੀ ਮੌਤ ਕਾ ਹੁੰਦੀ ਸਾਡੀ। ਜੇ ਅੱਜ ਲੜਦੇ ਮਰ ਗਏ ਫਿਕਰ ਨਹੀਂ, ਕਿਉਂਕਿ ਮੇਰੇ ਪਿਓ ਦਾ ਪਟਾ, ਆ ਨਿਸ਼ਾਨੀ ਮੇਰੇ ਗਲ ਦੇ ਵਿੱਚ ਹੈ, ਇਹ ਨਿਸ਼ਾਨੀ। ਅੱਜ ਮਰ ਜਾਂਗੇ ਦੁੱਖ ਕੋਈ ਨਹੀਂ,
ਇਹ ਪਟਾ ਉਹਦੀ ਨਿਸ਼ਾਨੀ ਹੈ ਵੀ ਉਹਦੇ ਬੱਚੇ ਆ ਅਸੀਂ, ਉਹਦੇ ਪੁੱਤ ਕਲਗੀਧਰ ਪਾਤਸ਼ਾਹ ਦੇ। ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਇਸ ਗੱਲ ਦਾ। ਜਿਹੜੇ ਨੌਜਵਾਨ ਵੀਰ ਬੈਠੇ, ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਇਹ ਬੜਾ ਵੱਡਾ ਵਹਿਮ ਆ। ਜਦੋਂ ਇੱਕ ਚੀਜ਼ ਦਾ ਸਵਾਦ ਚੱਖਿਆ ਨਹੀਂ ਨਾ, ਤੇ ਤੁਸੀਂ ਕਿਵੇਂ ਕਹੋਗੇ ਵੀ ਇਹਦਾ ਸਵਾਦ ਕਿਵੇਂ ਹੈ? ਜਦੋਂ ਤੱਕ ਖੰਡੇ ਦੀ ਪੌੜ ਛਕਦੇ ਨਹੀਂ, ਤੁਸੀਂ ਇਸ ਸਵਾਦ ਨੂੰ ਜਾਣ ਨਹੀਂ ਸਕਦੇ। ਤੁਹਾਨੂੰ ਆਪਣੀ ਲਾਈਫ ਚੰਗੀ ਲੱਗੇਗੀ, ਕਲੀਨ ਸ਼ੇਵ ਹੋ, ਜੋ ਵੀ ਹੋ, ਮੈਂ ਮਾੜਾ ਨਹੀਂ ਕਹਿ ਰਿਹਾ ਤੁਹਾਨੂੰ, ਤੁਸੀਂ ਚੰਗੇ ਹੋ, ਪਰ ਜਦੋਂ ਤੱਕ ਇਸ ਪੰਥ ਦੇ ਵਿੱਚ, ਇਸ ਘਰ ਦੇ ਵਿੱਚ ਪੈਰ ਨਹੀਂ ਪਾਉਂਦੇ, ਤੁਸੀਂ ਕਿਵੇਂ ਕੰਪੈਰੀਜ਼ਨ ਕਰੋਗੇ ਵਾਟਸ ਰੋਂਗ ਐਂਡ ਵਾਟਸ ਰਾਈਟ? ਯੂ ਕਾਂਟ ਤੁਸੀਂ ਕੰਪੈਰੀਜ਼ਨ ਕਰ ਨਹੀਂ ਸਕਦੇ। ਇਟਸ ਨਾਟ ਈਜ਼ੀ। ਯੂ ਹੈਵ ਟੂ ਚੇਂਜ ਯੂਅਰ ਲਾਈਫ। ਵੈਨ ਯੂ ਵਿਲ ਟੂ ਕਮ, ਉਸ ਤੋਂ ਬਾਅਦ ਯੂ ਵਿਲ ਅੰਡਰਸਟੈਂਡ ਕਿ ਵੀ ਵਰ ਰੋਂਗ। ਫਿਰ ਸਮਝ ਆਊਗੀ ਵੀ ਅਸੀਂ ਤਾਂ ਮਿੱਤਰਾਂ ਹੀ ਤੁਰੇ ਫਿਰਦੇ ਸੀ, ਝਾੜਾਂ 'ਚ ਟੱਕਰਾਂ ਮਾਰਦੇ ਫਿਰਦੇ ਸੀ। ਇਹ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸ਼ਹੀਦ ਹੋ ਗਏ ਚਾਰੇ ਪੁੱਤਰ, ਚਾਰੇ ਪੁੱਤਰ ਸ਼ਹੀਦ ਹੋ ਗਏ। ਨੌਜਵਾਨ ਹੁਣ ਧਿਆਨ ਦਿਓ, ਅੰਦਰ ਆ ਜਾਓ ਯਾਰ ਸਾਰੇ, ਤੁਸੀਂ ਅੱਗੇ ਆ ਜਾਓ। ਜਿਹੜੇ ਬਾਹਰ ਖੜੇ ਅੱਗੇ ਆ ਜਾਓ, ਮੈਨੂੰ ਚੰਗਾ ਲੱਗੇਗਾ। ਮੈਨੂੰ ਚਾਹ ਵੀ ਨਾ ਪਿਆਇਓ, ਪਰ ਜਿੰਨੇ ਬਾਹਰ ਖੜੇ ਇੱਥੇ ਆ ਜਾਓ। ਜਿੰਨੇ ਬਾਹਰ ਖੜੇ ਨੇ ਸਾਰੇ, ਇੱਕ ਮਿੰਟ, ਸਾਰੇ ਇੱਥੇ ਆ ਜਾਓ। ਅੱਗੇ ਪਿੱਛੇ ਨਹੀਂ ਨੌਜਵਾਨ ਚਾਹੀਦੇ, ਤੁਸੀਂ ਤਾਂ ਅੱਗੇ ਆਓ। ਹਾਂ ਇੱਥੇ ਆਓ, ਸਾਰੇ ਅੱਗੇ ਆ ਜਾਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਦੋਂ ਚਾਰੇ ਪੁੱਤਰ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇੱਕ ਸਿੰਘ ਪੁੱਛਦਾ, ਮਹਾਰਾਜ ਨਾ ਬਾਜ ਨਾ ਤਾਜ ਨਾ ਘੋੜਾ ਨਾ ਜੋੜਾ। ਇੱਕ ਗੱਲ ਯਾਦ ਰੱਖਿਓ, ਅਸੀਂ ਉਸ ਪਿਤਾ ਦੇ ਪੁੱਤਰ ਹਾਂ, ਵੀ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਐਸ਼ ਅਰਸ਼। ਇਹ ਜੁਰਤ ਜਿਹੜੀ ਆਪਾਂ ਅੱਜ ਜੁਰਤ ਦੀ ਗੱਲ ਕਰਦੇ ਆ ਨਾ, ਇਹ ਸਾਡੇ ਪਿਓ ਨੇ ਦਿੱਤੀ ਹੈ ਸਾਨੂੰ। ਬਾਬਰ ਨੂੰ ਜਾਬਰ ਸੀ ਐ ਨਹੀਂ ਕਹਿੰਦੇ। ਹਮ ਉਮਰ ਦਬਾਏ ਸੁਬਹ ਸੁਖਨ ਵਰਨਾ ਸਿਕਮੇ ਦਿਗਰ ਦਰਦੇ ਹਾਨੇ ਦਿਗਰ, ਐਵੇਂ ਨਹੀਂ ਲਾਉਂਦਾ ਪਾਉਂਦੇ ਰੰਗੇ ਨੂੰ। ਇਹ ਸਾਡੇ ਪਿਓ ਨੇ ਸਾਡੇ ਅੰਦਰ ਇਹ ਦਾਤ ਦਿੱਤੀ ਆ ਕਿਸੇ ਨੂੰ ਚੈਲੰਜ ਕਰਨ ਦੀ। ਸਾਡੀ ਤਾਕਤ ਨਹੀਂ ਹੈ ਕੋਈ, ਇਹਦੇ ਪਿੱਛੇ ਜਿਹੜੀ ਸਪਿਰਿਟ ਆ ਉਹ ਸਾਡਾ ਇਤਿਹਾਸ ਬੋਲਦਾ ਸਾਡੇ ਪਿੱਛੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੰਘ ਕਹਿੰਦੇ, ਮਹਾਰਾਜ ਤੁਹਾਡੇ ਚਾਰੇ ਲਾਲ ਹੈ ਨਹੀਂ, ਆਪਣੇ ਪੁੱਤਰਾਂ ਨੂੰ ਘੋੜ ਸਵਾਰੀ ਸਿਖਾਣੀ। ਪੁੱਤਰ ਤਾਂ ਨਜ਼ਰ ਨਹੀਂ ਆਉਂਦੇ, ਕਿਹਨੂੰ ਸਿਖਾਓਗੇ? ਨੋਟ ਕਰਿਓ, ਪੁੱਤਰ ਨਜ਼ਰ ਨਹੀਂ ਆਉਂਦੇ, ਕਿਹਨੂੰ ਸਿਖਾਓਗੇ? ਫਿਰ ਮਹਾਰਾਜ ਕਹਿੰਦੇ, ਮਹਾਰਾਜ ਸਿੰਘ ਕਹਿੰਦਾ, ਮਹਾਰਾਜ ਆਪਣੇ ਬੱਚਿਆਂ ਨੂੰ ਗੋਦ ਵਿੱਚ ਬਿਠਾਉਣਾ ਹੈ। ਜੋਰਾਵਰ ਸਿੰਘ ਫਤਿਹ ਸਿੰਘ ਨੂੰ ਮਹਾਰਾਜ ਗੋਦ 'ਚ ਬਿਠਾ ਕੇ ਪਿਆਰ ਕਰਨਾ ਹੈ। ਪਰ ਮੇਰੇ ਸ਼ਹਿਨशाह, ਤੁਹਾਡੇ ਬੱਚੇ ਤਾਂ ਨਜ਼ਰ ਨਹੀਂ ਆ ਰਹੇ, ਕਿਹਨੂੰ ਬਿਠਾਓਗੇ? ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਦੋਂ ਬੋਲ ਕਹੀ ਸੀ, ਦੋ ਮੇਰੇ ਨਾਲ ਬੋਲਿਓ ਜੇ। ਮੇਰੇ ਪਿਤਾ ਕਹਿੰਦੇ, ਮੇਰਾ ਇੱਕ ਸਿੰਘ, ਮੇਰਾ ਇੱਕ, ਉੱਚੀ ਬੋਲੋ, ਮੇਰਾ ਇੱਕ ਤਿਆਰ ਬਰ ਤਿਆਰ ਹੋ ਕੇ, ਤਿਆਰ ਬਰ ਗਾਤਰੇ ਕਿਰਪਾਨ ਪਾ ਕੇ, ਗਾਤਰੇ ਸਿਰ ਤੇ ਦੁਮਾਲਾ ਸਜਾ ਕੇ, ਸਿਰ ਤੇ ਜਦੋਂ ਆਪਣੇ ਬੱਚੇ ਦੀ ਉਂਗਲ ਫੜ ਕੇ, ਆਪਣੇ ਬੱਚੇ ਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆ ਕੇ ਮੱਥਾ ਟੇਕੇਗਾ। ਮੇਰਾ ਇੱਕ ਸਿੰਘ ਤਿਆਰ ਬਰ ਤਿਆਰ ਹੋ, ਗਾਤਰੇ ਕਿਰਪਾਨ ਪਾ, ਦਮਾਲਾ ਸਜਾ, ਜਦੋਂ ਆਪਣੇ ਬੱਚੇ ਦੀ ਉਂਗਲ ਫੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਮੱਥਾ ਟੇਕੇਗਾ, ਮੈਂ ਉਹਦੇ ਬੱਚੇ ਵਿੱਚੋਂ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਦਰਸ਼ਨ ਕਰਿਆ ਕਰਾਂਗਾ। ਮੈਂ ਉਹਦੇ ਬੱਚੇ ਜੋ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੇ ਦਰਸ਼ਨ ਕਰਾਂਗਾ। ਹੁਣ ਝਾਤੀ ਮਾਰਿਓ ਆਪਣੇ ਚਿਹਰਿਆਂ ਵੱਲ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਨਮੁਖ ਆਉਂਦੇ ਹੋ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆਉਂਦੇ ਹੋ, ਕੀ ਤੁਹਾਡੇ ਬੱਚੇ ਵਿੱਚੋਂ, ਕੀ ਤੁਹਾਡੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਅਜੀਤ ਸਿੰਘ ਨਜ਼ਰ ਆਉਂਦਾ? ਕਿ ਗੁਰੂ ਗੋਬਿੰਦ ਸਿੰਘ ਨੂੰ ਜੁਝਾਰ ਸਿੰਘ ਨਜ਼ਰ ਹੀ ਆਉਂਦਾ? ਉਦੋਂ ਨਹੀਂ ਰੋਏ। ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁੱਤ ਚਾਰ ਮੂੰਹ ਤੇ ਕਿਆ ਹੋਇਆ ਜੀਵਤ ਕਈ ਹਜ਼ਾਰ, ਉਦੋਂ ਨਹੀਂ ਰੋਏ। ਅੱਜ ਰੋਂਦੇ ਪਏ ਨੇ, ਅੱਜ ਰੋ ਰਹੇ ਨੇ ਗੁਰੂ ਸਾਹਿਬ। ਕਿਉਂ? ਜਿਨ੍ਹਾਂ ਵਾਸਤੇ ਵਾਰੇ ਉਹਨਾਂ ਨੇ ਕੀ ਕੀਤਾ ਬਈ? ਮਹਾਰਾਜ ਕਹਿੰਦੇ, ਮੈਂ ਉਹਨਾਂ ਦੇ ਵਿੱਚੋਂ ਅਜੀਤ ਤੇ ਜੁਝਾਰ ਦੇ ਦਰਸ਼ਨ ਕਰਾਂਗਾ। ਅੱਜ ਇਸ ਇਕੱਠ ਵਿੱਚ ਮੈਂ ਵੇਖਣਾ ਚਾਹਾਂਗਾ ਜੋ ਪਿਛਲਾ ਸਮਾਂ ਲੰਘ ਗਿਆ। 1699 ਦੀ ਵਿਸਾਖੀ ਸੀ ਪਾਤਸ਼ਾਹ ਖਾਲਸਾ ਜੀ, ਤੇ ਕੀ ਮੰਗਿਆ ਸੀ ਮਹਾਰਾਜ ਨੇ? ਕੀ ਮੰਗਿਆ ਸੀ ਭਾਜੀ? ਇੱਕ ਉੱਠਿਆ ਸੀ ਨਾ ਸਿੰਘ, ਇੱਕ ਇੱਕ ਕਰਕੇ ਕਿੰਨੇ ਲਏ ਸੀ? 5। ਖਾਲਸਾ ਸਾਜਿਆ ਨਾ। ਅੱਜ ਵੀ ਗੁਰੂ ਸਾਹਿਬ ਆਪਣੇ ਸਿੰਘਾਸਨ ਤੇ ਬੈਠੇ ਨੇ।
ਸਮਝੋ ਅੱਜ ਵੀ ਮਾਰਨ ਤਲਵਾਰ ਫੜੀ ਹੈ। ਇਹ ਫੀਲ ਕਰਿਓ ਨੌਜਵਾਨ, ਫੀਲ ਕਰਿਓ ਇਸ ਚੀਜ਼ ਨੂੰ ਵੀ ਅੱਜ ਵੀ ਗੁਰੂ ਸਾਹਿਬ ਬੈਠੇ ਨੇ ਸਾਹਮਣੇ, ਹੱਥ ਵਿੱਚ ਤਲਵਾਰ ਫੜ ਕੇ ਨਹੀਂ, ਮਾਫੀ ਮੰਗਦਾ, ਐ ਬਾਹਾਂ ਕਰਕੇ ਐ ਖੜੇ ਨੇ। ਅੱਜ ਤਲਵਾਰ ਨਹੀਂ ਫੜੀ, ਐ ਬਾਹਾਂ ਕਰਕੇ ਖੜੇ ਨੇ ਵੀ ਮੇਰਾ ਅਜੀਤ ਮੇਰੇ ਗਲ ਲੱਗ ਜੇ ਆ ਕੇ, ਮੇਰੀ ਗੋਦ ਵਿੱਚ ਮੇਰਾ ਜੁਝਾਰ ਆ ਜੇ ਤੇ ਮੈਂ ਇਸ ਇਕੱਠ ਵਿੱਚ ਵੇਖਾਂ। ਮੈਂ ਅੰਮ੍ਰਿਤ ਛਕਣ ਦੀ ਗੱਲ ਨਹੀਂ ਕਰਾਂਗਾ, ਮੈਂ ਇਸ ਇਕੱਠ ਵਿੱਚ ਵੇਖਾਂ ਕੋਈ ਇੱਕ ਵੀ ਐਸਾ ਹੈ ਜਿਹੜਾ ਕਹੇ ਗੁਰੂ ਜੀ ਜੇ ਬਾਹਾਂ ਤੁਸੀਂ ਵਲਾਰੀਆਂ ਨੇ ਨਾ, ਆ ਮੈਂ ਤੁਹਾਡੀਆਂ ਬਾਹਾਂ 'ਚ ਆ ਗਿਆ, ਮੈਂ ਬਣਾਂਗਾ ਤੁਹਾਡਾ ਅਜੀਤ ਸਿੰਘ। ਗੁਰੂ ਜੀ ਮੈਂ ਨਾਈ ਦੀ ਦੁਕਾਨ ਤੇ ਨਹੀਂ ਜਾਵਾਂਗਾ, ਮੈਂ ਕੇਸ ਨਹੀਂ ਕਟਾਵਾਂਗਾ, ਮੈਂ ਅੰਮ੍ਰਿਤ ਛਕਣ ਦੀ ਗੱਲ ਨਹੀਂ ਜੇ ਕਰ ਰਿਹਾ। ਮੈਂ ਪਹਿਲਾਂ ਬੇਨਤੀ ਕਰਾਂ, ਕੱਲੇ ਸਰੂਪ ਨੂੰ ਸਾਂਭਣ ਦਾ ਵਚਨ ਕਰ ਰਿਹਾ। ਉਹ ਕਿਹੜਾ ਇੱਕ ਵੀ ਐਸਾ ਵੀਰ ਜਿਹੜਾ ਕਹੇ ਗੁਰੂ ਜੀ ਮੈਂ ਤੇਰਾ ਅਜੀਤ ਸਿੰਘ ਆ। ਮੈਂ ਵੇਖਾਂ ਇਹ ਉਹੀ ਇਕੱਠ ਹੈ, ਇਹ ਉਹੀ ਕੌਮ ਹੈ, ਇਹ ਉਹੀ ਪੰਥ ਹੈ ਜਿਹੜੇ ਸੀਸ ਦੇਣ ਨੂੰ ਤੇ ਤਿਆਰ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਾਹਾਂ 'ਚ ਆਉਣ ਨੂੰ ਤਿਆਰ ਹੈ ਕੋਈ ਇਸ ਇਕੱਠ ਵਿੱਚ ਇੱਕ ਵੀ? ਮੈਂ ਵੇਖਾਂ ਹੈ ਕੋਈ ਇੱਕ ਵੀ ਹੈ ਜਿਹੜਾ ਖੜਾ ਹੋ ਕੇ ਕਹੇ ਗੁਰੂ ਜੀ ਆ ਫੜਾਈ ਬਾਂਹ? ਮੈਂ ਵੇਖਾਂ ਕਿਸੇ ਅੰਦਰ ਹੈ ਦਰਦ ਉਸ ਕੁਰਬਾਨੀ ਦਾ? ਕਿਸੇ ਅੰਦਰ ਹੈ ਦਰਦ ਸਾਡੀ ਨੌਜਵਾਨੀ ਨੂੰ ਅੱਗੇ ਲੈ ਕੇ ਜਾਣ ਦਾ? ਕਿਸੇ ਅੰਦਰ ਹੈ ਦਰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਬਣਨ ਦਾ? ਅੱਜ ਵੇਲਾ ਹੈ ਉਹ ਜਿਹੜਾ ਗੁਰੂ ਦੀ ਗੋਦ 'ਚ ਬਹਿ ਗਿਆ, ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜਾ ਬਾਹੇ ਨਾ ਛੋਟੀ ਐ। ਮੈਂ ਵੇਖਾਂ ਇਸ ਇਕੱਠ ਵਿੱਚ ਇੱਕ ਵੀ ਹੈ ਜਿਹੜਾ ਖੜਾ ਹੋ ਕੇ ਕਹਦੇ ਗੁਰੂ ਜੀ ਆ ਫੜਾਈ ਬਾਂਹ, ਮੈਂ ਨਹੀਂ ਜਾਂਦਾ ਨਾਈ ਦੀ ਦੁਕਾਨ ਤੇ, ਮੈਂ ਆ ਗਿਆ ਤੁਹਾਡਾ ਅਜੀਤ ਸਿੰਘ। ਮੈਂ ਵੇਖਣਾ ਚਾਹੁੰਦਾ ਕਿ ਇਹਦੇ ਮਨ 'ਚ ਪਿਆਰ ਹੈ ਕਿ ਗੱਲਾਂ ਜੋਗੇ ਰਹਿ ਗਏ ਆਪਾਂ ਕੌਮ ਆ। ਮੈਂ ਵੇਖਣਾ ਇਹੀ ਵੇਖਣਾ, ਮੈਂ ਬਸ ਇੱਕ ਵੀ ਹੈ ਗੁਰੂ ਜੀ ਦੀਆਂ ਬਾਹਾਂ ਚਾਨ ਨੂੰ ਕੋਈ ਉਤਾਵਲਾ ਹੈ ਤੁਹਾਡੇ ਚੋਂ? ਇਹ ਬੈਠੇ ਨੌਜਵਾਨ ਬੜੇ ਜਿਨ੍ਹਾਂ ਨੇ ਕੇਸ ਕਟਾਏ ਜਾਂ ਦਾੜੀਆਂ ਕਟਾਈਆਂ, ਕੋਈ ਹੈ ਇੱਕ ਵੀ ਇਸ ਪਿੰਡ ਵਿੱਚ ਵੀ ਗੁਰੂ ਜੀ ਆ ਫੜਾਈ ਬਾਂਹ? ਇੱਥੇ ਜ਼ਮੀਨ ਜਾਇਦਾਦ ਨਹੀਂ ਮੰਗੀ ਜਾ ਰਹੀ ਵੀ ਸੋਚਣਾ ਪਵੇ, ਇੱਥੇ ਤੇ ਗੁਰੂ ਦੀਆਂ ਬਾਹਾਂ 'ਚ ਜਾਣਾ ਅੱਜ ਹੈ ਕਿ ਫਤਿਹ ਬੁਲਾਈਏ। ਇੱਕ ਮੈਂ ਇੱਕ ਵੇਖਣਾ ਚਾਹੁੰਦਾ, ਇੱਕ ਵੀ ਜਿਹੜਾ ਗੁਰੂ ਜੀ ਦੇ ਬਾਹਾਂ 'ਚ ਆ ਜਾਏ। ਅੱਜ ਵੇਖਣਾ ਚਾਹੁੰਦਾ ਵੀ ਹੈ ਕਿਸੇ ਦੇ ਪਿਆਰ ਜਿਹੜਾ ਕਹੇ ਗੁਰੂ ਜੀ ਮੈਂ ਨਾਈ ਦੀ ਦੁਕਾਨ ਤੇ ਨਹੀਂ ਜਾਂਦਾ। ਕਿ ਕੋਈ ਵੱਡੀ ਗੱਲ ਨਹੀਂ ਹੈਗੀ ਹੈ। ਸਾਡੇ ਵਰਗੇ ਜੇ ਇੱਥੇ ਆ ਸਕਦੇ ਤੁਸੀਂ ਵੀ ਆ ਸਕਦੇ ਹੋ। ਹੈਗਾ ਕੋਈ ਨੌਜਵਾਨ? ਬੋਲੇ ਸੋ ਨਿਹਾਲ। ਅੱਗੇ ਆ ਜਾਓ, ਅੱਗੇ ਆ ਜਾਓ। ਇਹ ਆ ਗਿਆ ਗੁਰੂ ਦਾ ਅਜੀਤ ਸਿੰਘ। ਹੈ ਕੋਈ ਜੁਝਾਰ ਸਿੰਘ? ਗੁਰੂ ਜੀ ਮੈਂ ਤੁਹਾਡਾ ਦੂਜਾ ਪੁੱਤਰ, ਗੁਰੂ ਜੀ ਮੈਂ ਤੁਹਾਡਾ ਦੂਜਾ ਪੁੱਤਰ, ਮੈਂ ਤੁਹਾਡੀਆਂ ਬਾਹਾਂ ਚਾਣ ਚਾਹੁੰਦਾ। ਗੁਰੂ ਜੀ ਕਿਹੜਾ ਦੂਜਾ ਸਿੰਘ ਜਿਹੜਾ ਨੌਜਵਾਨ ਉੱਠੇ ਅੱਜ ਇਸ ਸਭਾ ਦੇ ਵਿੱਚ, ਸੰਗਤ ਦੇ ਵਿੱਚ ਤੇ ਆਵੇ ਗੁਰੂ ਦੀਆਂ ਬਾਹਾਂ 'ਚ? ਮੈਂ ਵੇਖਣਾ ਚਾਹੁੰਦਾ ਇੱਕ ਕਿਹੜਾ ਜਿਹੜਾ ਗੁਰੂ ਦਾ ਪੁੱਤਰ ਬਣਨਾ ਚਾਹੁੰਦਾ। ਪੁੱਤਰ ਕੋਈ ਛੋਟੀ ਮੋਟੀ ਗੱਲ ਨਹੀਂ। ਅੱਜ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਕਿਹੜਾ ਉੱਠਣ ਦਾ ਵੇਲਾ ਵਾ, ਉੱਠਣਾ ਹੀ ਹੈ। ਫਿਰ ਸਾਂਭਣਾ ਗੁਰੂ ਨੇ, ਬਾਂਹ ਫੜਾਉਣੀ ਗੁਰੂ ਨੂੰ, ਫਿਰ ਗੁਰੂ ਸਾਂਭੇਗਾ। ਫਿਰ ਤੁਸੀਂ ਨਹੀਂ ਆਪਣੇ ਆਪ ਨੂੰ ਸਾਂਭਣਾ, ਗੁਰੂ ਸਾਂਭੇਗਾ। ਅਸੀਂ ਬਾਂਹ ਫੜਾਈ ਤੇ ਤੁਰੇ ਫਿਰਦੇ ਆ। ਕਿਹੜਾ ਹੈ ਇੱਕ ਵੀ ਜਿਹੜਾ ਕਹੇ ਗੁਰੂ ਜੀ ਆ ਮੈਂ ਤੁਹਾਡਾ ਜੁਝਾਰ ਸਿੰਘ ਬਣ ਗਿਆ, ਮੈਂ ਨਹੀਂ ਜਾਂਦਾ ਨਾਈ ਦੀ ਦੁਕਾਨ ਤੇ? ਮੈਂ ਵੇਖਾਂ ਕਿਹਦੇ ਅੰਦਰ ਪਿਆਰ ਜਾਗਦਾ ਹੈ। ਇੱਕ ਤਾਂ ਹੈ ਜੋੜੀ ਕਿਹੜੀ ਹੈ? ਜੋੜੀ ਸੀ ਨਾ, ਦੋ ਚਮਕੌਰ ਦੀ ਗੜੀ ਤੋਂ ਸਰਾਂਦੀਆਂ ਨਹੀਂ ਵਿੱਚ। ਵੇਖਾਂ ਇਹਦੇ ਨਾਲ ਕਿਹੜੀ ਜੋੜੀ ਖੜਦੀ ਆ ਕੇ, ਵੇਖਾਂ ਕਿਹੜਾ ਇੱਕ ਵੀ ਹੈ? ਬੋਲੇ ਸੋ ਨਿਹਾਲ। ਤੁਸੀਂ ਸਰੂਪ ਸਾਂਭਿਆ ਹੋਇਆ, ਵੀਰ ਨੇ ਸਰੂਪ ਸਾਂਭਿਆ ਹੋਇਆ, ਤੁਸੀਂ ਜੀ ਆਇਆਂ ਨੂੰ ਆ ਜਾਓ। ਪਰ ਕਿਹੜਾ ਜਿਹੜਾ ਕੇਸ ਕਟਾਉਂਦਾ ਹੈ, ਮੈਂ ਉਹਦੀ ਗੱਲ ਕਰ ਰਿਹਾ। ਵੀਰ ਅੰਮ੍ਰਿਤਧਾਰੀ ਹੋਵੋਗੇ? ਹਾਂ ਅੱਛਾ, ਦਾੜੀ ਕਟਾਉਂਦੇ ਸੀ ਪਹਿਲਾਂ? ਉਹ ਵਾਹ ਜੀ ਵਾਹ, ਲੱਛ ਮੈਨੂੰ ਲੱਗਦਾ ਰੱਖੀ ਹੈ ਆਵਾਜ਼ ਵਿੱਚ। ਕਹਾ ਛੱਡੋ ਇੱਕ ਵਾਰੀ ਹੋਰ, ਫਿਰ ਛੱਡੋ ਜੀ। ਤੀਜਾ ਕਿਹੜਾ? ਤੀਜਾ ਕਿਹੜਾ? ਮੈਂ ਵੇਖ ਰਿਹਾ ਮੇਰੀਆਂ ਨਿਗਾਹ 'ਚ ਨਿਗਾਹ ਪੈਂਦੀਆਂ ਪਈ ਸਾਰਿਆਂ ਦੀਆਂ। ਤੀਜਾ ਕਿਹੜਾ? ਤੀਜਾ ਕਿਹੜਾ? ਕਹੇ ਗੁਰੂ ਜੀ ਆ ਗਿਆ, ਮੈਂ ਆ ਗਿਆ ਬਸ, ਮਹਾਰਾਜ ਮੈਂ ਆ ਗਿਆ ਬਸ। ਬੋਲੇ ਸੋ ਨਿਹਾਲ। ਇੱਕ ਰਹਿ ਗਿਆ ਬਸ, ਇੱਕ ਰਹਿ ਗਿਆ ਗੁਰੂ ਦਾ ਪੁੱਤਰ, ਇੱਕ ਜਿਹੜਾ ਗੁਰੂ ਦੀ ਗੋਦ 'ਚ ਬੈਠੇ, ਇੱਕ ਰਹਿ ਗਿਆ ਬਸ। ਚਾਰ ਵਾਰੇ ਸੀ ਅੱਜ ਇਸ ਪਿੰਡ ਵਾਲਿਓ, ਚਾਰ ਦੇ ਦਿਓ ਗੁਰੂ ਨੂੰ। ਇੱਕ ਬੋਲੇ ਸੋ ਨਿਹਾਲ।
ਇੱਕ ਅੱਧਾ ਹੋਰ ਵੀ ਬੈਠਾ, ਮੈਨੂੰ ਪਤਾ ਹੈ ਉਹ ਕਿਹੜਾ ਹੈ, ਮੈਨੂੰ ਪਤਾ ਹੈ ਇੱਕ ਅੱਧਾ ਹੋਰ, ਇੱਕ ਬੈਠਾ ਹੋਰ, ਇੱਕ ਬੈਠਾ ਹੈ ਸੰਗਤ ਵਿੱਚ, ਮੈਨੂੰ ਪਤਾ ਹੈ ਕਿਹੜਾ ਉਹ ਉੱਠੇਗਾ ਜ਼ਰੂਰ, ਮੈਨੂੰ ਭਰੋਸਾ ਹੈ ਗੁਰੂ ਸਾਹਿਬ ਤੇ, ਉਹ ਜ਼ਰੂਰ ਉੱਠੇਗਾ। ਮੇਰੀ ਭਾਵਨਾ, ਮੇਰਾ ਦਿਲ ਕਹਿ ਰਿਹਾ ਹੈ ਉਹ ਅੱਜ ਗੁਰੂ ਸਾਹਿਬ ਨੂੰ ਬਾਂਹ ਜ਼ਰੂਰ ਫੜਾਏਗਾ। ਇੱਕ ਹੈ, ਇੱਕ, ਉਸ ਤੋਂ ਬਾਅਦ ਮੈਂ ਫਸਟੀ ਫਤਿਹ ਬੁਲਾ ਦੇਣੀ ਆ। ਇੱਕ ਹੈ, ਸਿਰਫ ਇੱਕ, ਜਿਹੜਾ ਉੱਠੇਗਾ। ਇੱਕ, ਮੈਂ ਫਿਰ ਫਤਿਹ, ਸੱਚੀ ਮੈਂ ਫਤਿਹ ਬੁਲਾ ਦੇਣੀ, ਫਿਰ ਮੈਂ ਫਤਿਹ, ਮੈਂ ਤੁਹਾਡਾ ਸਮਾਂ ਖਰਾਬ ਕਰ ਰਿਹਾ। ਇੱਕ ਹੈ, ਇੱਕ ਹੋਰ ਹੈ ਸੰਗਤ ਵਿੱਚ, ਜਿਹੜਾ ਉੱਠੇਗਾ ਗੁਰੂ ਨੂੰ ਬਾਂਹ ਫੜਾਏਗਾ, ਜਿਹੜਾ ਉੱਠੇਗਾ ਗੁਰੂ ਨੂੰ ਬਾਂਹ ਫੜਾਏਗਾ ਤੇ ਗੁਰੂ ਨੂੰ ਸਮਰਪਿਤ ਹੋ ਜਾਏਗਾ। ਇੱਕ ਹੈ, ਕਿਹੜਾ ਆ ਉਹ? ਕਰੋ ਕਿਰਪਾ, ਸੋਚਣ ਦਾ ਵੇਲਾ ਨਹੀਂ, ਬਸ ਬਾਂਹ ਫੜਾਉਣ ਦਾ ਵੇਲਾ ਹੈ, ਖੜੇ ਹੋਣ ਦਾ ਵੇਲਾ ਹੈ। ਖੜੇ ਹੋ ਗਏ, ਸਮਝ ਲਓ ਜ਼ਿੰਦਗੀ ਬਦਲ ਗਈ, ਜ਼ਿੰਦਗੀ ਬਦਲ ਗਈ, ਜ਼ਿੰਦਗੀ ਬਦਲ ਗਈ। ਸੋ ਇੰਨੀਆਂ ਕੋਈ ਬੇਨਤੀਆਂ ਕਰਦਾ ਮੈਂ ਖੇਮਾ ਦਾ ਜਾਚਕ ਆ। ਇਹਨਾਂ ਨੌਜਵਾਨਾਂ ਨੂੰ ਸਿਰੋਂ ਪਾਓ ਜ਼ਰੂਰ ਦਿਓ ਜੀ। ਆ ਜਿਹੜੇ ਬੱਚੇ ਖੜੇ ਨੇ ਨਾ, ਇਹਨਾਂ ਨੂੰ ਸਿਰੋਂ ਪਾਓ। ਮੈਂ ਬੇਟੀ ਨੂੰ ਬੇਨਤੀ ਕਰਾਂਗਾ, ਆ ਸਿੰਘ ਸਾਹਿਬ ਦਾੜੀ ਰੱਖੀ ਹੋਈ ਤੁਸੀਂ ਤਾਂ, ਸ਼ੁਕਰ ਤੁਸੀਂ ਰੱਖੀ ਹੋਈ ਹੈ। ਮੈਂ ਕੱਟਣ ਵਾਲੇ ਸੀਗੇ ਇੱਕ ਦੋ ਮੇਰੇ ਮਨ ਵਿੱਚ ਵੀ, ਕਿਤੇ ਉਹ ਸੁਣ ਲੈਂਦੇ। ਤੇ ਗੁਰੂ ਕਿਰਪਾ ਕਰੇ ਸੰਗਤ ਜੀ, ਮੈਂ ਸਮਾਂ ਵੱਧ ਲਾ ਲਿਆ, ਪਰ ਮੈਨੂੰ 30 ਮਿੰਟ ਮੇਰੇ ਹੈਗੇ ਸੀ। ਵੈਸੇ ਮੈਨੂੰ 20 ਕਹਿਤੇ ਸੈਕਟਰੀ ਸਾਹਿਬ ਨੇ, ਪਰ ਬਾਅਦ 'ਚ ਸੁਖਮਨ ਨੇ ਕਹਿਤਾ ਵੀ ਤੁਹਾਡਾ ਸਮਾਂ ਖੁੱਲ੍ਹਾ, ਤੁਸੀਂ ਲਾ ਲਓ, ਕਿਉਂਕਿ ਮੈਂ ਬਹੁਤ ਭੱਜ ਨੱਠ ਕਰਕੇ ਤੁਹਾਡੇ ਕੋਲ ਆਇਆ। ਸੋ ਇੰਨੀਆਂ ਕੋਈ ਬੇਨਤੀਆਂ, ਮੇਰੀ ਮਾਫੀ, ਮੇਰੀ ਝੋਲੀ 'ਚ ਪਾ ਦਿਓ, ਸਮਾਂ ਵੱਧ ਲਾ ਗਿਆ। ਹੁਣ ਆਗਿਆ ਬਖਸ਼ੋ ਜੇ ਸੰਗਤ ਜੀ, ਸਵੇਰੇ ਨਾ ਰਾਜਪੁਰੇ ਸਮਾਗਮ ਹੈ, ਉਹਦੀਆਂ ਵੀ ਤਿਆਰੀਆਂ ਕਰਨੀਆਂ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,